ਸਤਿ ਸ਼੍ਰੀ ਅਕਾਲ। ਚੈਨਲ ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਪਿੰਦਰ ਕੌਰ ਤੇ ਹਾਜ਼ਰਾਂ ਲੈ ਕੇ ਇੰਟਰਨੈਸ਼ਨਲ ਨਿਊਜ਼ ਦਾ ਵੀਕਲੀ ਰਾਉਂਡ-ਅਪ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਕੈਨੇਡਾ ਦੇ ਹਵਾਈ ਯਾਤਰੀਆਂ ਲਈ ਖੁਸ਼ਖਬਰੀ, ਫਲਾਈਟ ਰੱਦ ਹੋਣ ਤੇ ਮਿਲੇਗੀ ਵੱਡੀ ਸਹੂਲਤ। ਏਅਰ ਕੈਨੇਡਾ ਵੱਲੋਂ ਵੈਂਕੂਵਰ ਦਿੱਲੀ ਫਲਾਈਟ ਮੁੜ ਸ਼ੁਰੂ ਕਰਨ ਦਾ ਐਲਾਨ। ਟੋਰਾਂਟੋ ਤੋਂ ਮੁੰਬਈ ਦਰਮਿਆਨ ਸੀਜ਼ਨਲ ਫਲਾਈਟਸ ਵੀ ਹੋਣਗੀਆਂ ਸ਼ੁਰੂ। ਬ੍ਰਿਟਿਸ਼ ਕੋਲੰਬੀਆ ਨੇ ਕੱਢਿਆ ਡਰਾਅ, ਕਈ ਪ੍ਰਵਾਸੀਆਂ ਨੂੰ ਮਿਲੇਗਾ ਪੱਕੇ ਹੋਣ ਦਾ ਮੌਕਾ। ਕੈਨੇਡਾ ਵਿੱਚ ਕਾਮਿਆਂ ਦੀ ਭਾਰੀ ਕਮੀ, ਬਿਨਾਂ ਤਜਰਬੇ ਵਾਲੇ ਕਾਮੇ ਰੱਖ ਰਹੇ ਨੇ ਇੰਪਲੋਇਰਸ। ਤੇ ਹੁਣ ਇਹਨਾਂ ਸਰਗਰਮੀਆਂ ਦਾ ਵਿਸਥਾਰ। ਜੇਕਰ ਤੁਸੀਂ ਜਲਦੀ ਟੋਰਾਂਟੋ ਦੇ ਪੀਅਰਸਨ ਹਵਾਈ ਅੱਡੇ ਤੋਂ ਜਾਂ ਫਿਰ ਕੈਨੇਡਾ ਦੇ ਕਿਸੇ ਹਵਾਈ ਅੱਡੇ ਤੋਂ ਬਾਹਰ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਇਹ ਸੁਣ ਕੇ ਖੁਸ਼ੀ ਹੋਵੇਗੀ ਕਿ ਹੁਣ ਤੁਹਾਡੀ ਫਲਾਈਟ ਰੱਦ ਹੋਣ ਦੀ ਸਥਿਤੀ ਵਿੱਚ ਇੱਕ ਨਵਾਂ ਫਲਾਈਟ ਰਿਫੰਡ ਨਿਯਮ ਲਾਗੂ ਹੋ ਰਿਹਾ ਹੈ। ਕੈਨੇਡਾ 'ਚ ਹਵਾਈ ਯਾਤਰੀਆਂ ਨੂੰ ਰੱਦ ਹੋਏ ਫਲਾਈਟਸ ਦੇ ਪੈਸੇ ਜਲਦ ਹੀ ਵਾਪਸ ਮਿਲਣੇ ਸ਼ੁਰੂ ਹੋ ਜਾਣਗੇ। ਇਸ ਹਫ਼ਤੇ ਲਾਗੂ ਹੋਏ ਨਵੇਂ ਫਲਾਈਟ ਰਿਫੰਡ ਨਿਯਮਾਂ ਤਹਿਤ ਸਤੰਬਰ ਮਹੀਨੇ ਤੋਂ ਯਾਤਰੀਆਂ ਨੂੰ ਇਹ ਸਹੂਲਤ ਮਿਲਣੀ ਸ਼ੁਰੂ ਹੋ ਜਾਵੇਗੀ। ਇਸ ਸਹੂਲਤ ਤਹਿਤ ਹਵਾਈ ਯਾਤਰੀ ਰੱਦ ਹੋਈ ਫਲਾਈਟ ਦੇ ਪੂਰੇ ਪੈਸੇ ਫੰਡ ਕਰਵਾ ਸਕਦੇ ਨੇ। ਜੇਕਰ ਉਹ ਰਿਫੰਡ ਨਹੀਂ ਕਰਵਾਉਣਾ ਚਾਹੁੰਦੇ ਤਾਂ ਉਹਨਾਂ ਕੋਲ ਫਲਾਈਟ ਦੀ ਦੁਬਾਰਾ ਬੁਕਿੰਗ ਦਾ ਬਦਲ ਵੀ ਮੌਜੂਦਾ ਹੋਵੇਗਾ। ਮਿਸੀਸਾਗਾ ਦੇ ਪੀਅਰਸਨ 에ਅਰਪੋਰਟ ਸਣੇ ਇਹ ਨਿਯਮ ਕੈਨੇਡਾ ਦੇ ਸਾਰੇ ਹਵਾਈ ਅੱਡਿਆਂ ਤੇ ਲਾਗੂ ਹੋ ਜਾਣਗੇ। ਬੁੱਧਵਾਰ ਤੋਂ ਲਾਗੂ ਹੋਏ ਕੈਨੇਡੀਅਨ ਟਰਾਂਸਪੋਰਟੇਸ਼ਨ ਏਜੰਸੀ CTA ਦੇ ਨਵੇਂ ਨਿਯਮਾਂ ਤੋਂ ਪਹਿਲਾਂ ਹਵਾਈ ਕੰਪਨੀਆਂ ਯਾਤਰੀਆਂ ਨੂੰ ਉਦੋਂ ਹੀ ਫੰਡ ਵਾਪਸ ਕਰਦੀਆਂ ਸੀ ਜਦੋਂ ਕੈਰੀਅਰ ਕੰਟਰੋਲ ਵਿੱਚ ਕੋਈ ਗੜਬੜ ਹੁੰਦੀ ਸੀ। ਪਰ ਹੁਣ ਸਤੰਬਰ ਮਹੀਨੇ ਤੋਂ ਜੇਕਰ ਕੈਰੀਅਰ ਕੰਟਰੋਲ ਤੋਂ ਬਾਹਰ ਦਿੱਕਤ ਆਉਣ ਤੇ ਵੀ ਕੋਈ ਫਲਾਈਟ ਰੱਦ ਹੁੰਦੀ ਹੈ ਤਾਂ ਉਸ ਨੂੰ ਇਸ ਦਾ ਵੀ ਯਾਤਰੀਆਂ ਨੂੰ ਪੂਰਾ ਫੰਡ ਜਾਂ ਫਿਰ ਬੁਕਿੰਗ ਦੀ ਫੀਸ ਵਾਪਸ ਦੇਣੀ ਪਵੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕੈਨੇਡੀਅਨ ਟਰਾਂਸਪੋਰਟੇਸ਼ਨ ਏਜੰਸੀ ਦੇ ਨਵੇਂ ਨਿਯਮ ਕੈਨੇਡਾ ਦੇ ਅੰਦਰ ਜਾਂ ਬਾਹਰ ਸਾਰੀਆਂ ਉਡਾਣਾਂ ਤੇ ਲਾਗੂ ਹੋਣਗੇ। ਇਸ ਵਿੱਚ ਕਨੈਟਿਕਨ ਫਲਾਈਟਸ ਵੀ ਸ਼ਾਮਲ ਹੋਣਗੀਆਂ। ਨਵੇਂ ਨਿਯਮਾਂ ਮੁਤਾਬਕ ਜੇਕਰ ਕਿਸੇ ਯਾਤਰੀ ਦੀ ਫਲਾਈਟ 에ਅਰਲਾਈਨ ਦੇ ਕੰਟਰੋਲ ਤੋਂ ਬਾਹਰ ਦੇ ਕਾਰਨਾਂ ਕਰਕੇ ਕੈਂਸਲ ਜਾਂ ਡਿਲੇ ਹੋ ਜਾਂਦੀ ਹੈ ਤਾਂ ਕੈਰੀਅਰ ਨੂੰ ਅਗਲੀ ਫਲਾਈਟ ਵਿੱਚ ਉਸ ਯਾਤਰੀ ਦੀ ਸੀਟ ਰਿਜ਼ਰਵ ਕਰਾਉਣੀ ਪਵੇਗੀ। ਦੁਬਾਰਾ ਬੁੱਕ ਕਰਵਾਈ ਗਈ ਫਲਾਈਟ ਸੰਬੰਧਤ 에ਅਰਲਾਈਨ ਜਾਂ ਉਸ ਦੀ ਭਾਈਵਾਲ 에ਅਰਲਾਈਨ ਹੀ ਹਵਾਈ ਅਤੇ ਰੱਦ ਹੋਈ ਫਲਾਈਟ ਤੋਂ ਬਾਅਦ 48 ਘੰਟਿਆਂ ਦੇ ਵਿੱਚ ਇਹ ਫਲਾਈਟ ਰਵਾਨਾ ਹੋਣੀ ਚਾਹੀਦੀ ਹੈ। ਜੇਕਰ 48 ਘੰਟਿਆਂ ਵਿੱਚ ਇਸ ਦੀ ਰਵਾਨਗੀ ਨਹੀਂ ਹੁੰਦੀ ਤਾਂ ਹਵਾਈ ਕੰਪਨੀ ਨੂੰ 30 ਦਿਨਾਂ ਦੇ ਵਿੱਚ ਯਾਤਰੀ ਨੂੰ ਉਸ ਦੇ ਪੂਰੇ ਪੈਸੇ ਰਫ਼ਤ ਕਰਨੇ ਪੈਣਗੇ। ਇਸ ਤੋਂ ਇਲਾਵਾ ਜੇਕਰ ਯਾਤਰੀ ਦੀ ਇੱਛਾ ਹੋਵੇ ਤਾਂ ਕੰਪਨੀ ਉਸ ਦੀ ਦੁਬਾਰਾ ਫਲਾਈਟ ਬੁੱਕ ਵੀ ਕਰ ਸਕਦੀ ਹੈ। ਇਸ ਵਿੱਚ ਯਾਤਰੀ ਦੀ ਇੱਛਾ ਦਾ ਧਿਆਨ ਰੱਖਿਆ ਜਾਵੇਗਾ। ਹਵਾਈ ਕੰਪਨੀ ਇਸ ਮੁੱਦੇ ਤੇ ਉਸ ਨਾਲ ਧੱਕਾ ਨਹੀਂ ਕਰ ਸਕਦੀ। ਕੈਨੇਡਾ ਦੇ ਟਰਾਂਸਪੋਰਟ ਮੰਤਰੀ ਅਤੇ ਮਿਸੀਸਾਗਾ ਸੈਂਟਰ ਤੋਂ MP ਓਮਰ ਅਲਗਾਬਰਾ ਨੇ ਇਸ ਸੰਬੰਧੀ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੈਨੇਡੀਅਨ ਟਰਾਂਸਪੋਰਟੇਸ਼ਨ ਏਜੰਸੀ ਦੇ ਨਿਯਮਾਂ ਵਿੱਚ ਸੋਧ ਕਰਕੇ ਜਿਹੜੇ ਨਵੇਂ ਨਿਯਮ ਬਣਾਏ ਗਏ ਨੇ ਉਹਨਾਂ ਨਾਲ ਹਵਾਈ ਯਾਤਰੀਆਂ ਨੂੰ ਚੰਗਾ ਲਾਭ ਹੋਵੇਗਾ। ਉਹਨਾਂ ਨੂੰ ਨਿਰਪੱਖ ਤੇ ਵਧੀਆ ਸਹੂਲਤਾਂ ਮਿਲਣਗੀਆਂ। ਉਹਨਾਂ ਨੇ ਆਖਿਆ ਕਿ ਨਵੇਂ ਨਿਯਮ ਮੁਸੀਬਤ ਦੇ ਦੌਰਾਨ ਯਾਤਰੀਆਂ ਦੀ ਸੁਰੱਖਿਆ ਕਰਨਗੇ। ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਨਵੇਂ ਨਿਯਮ ਭਵਿੱਖ ਵਿੱਚ ਉਹਨਾਂ ਫਲਾਈਟਸ ਤੇ ਵੀ ਲਾਗੂ ਹੋਣਗੇ ਜਿਹੜੀਆਂ ਖਰਾਬ ਮੌਸਮ, ਮਹਾਮਾਰੀ ਅਤੇ ਅਜਿਹੇ ਹੋਰ ਕਾਰਨਾਂ ਕਰਕੇ ਕੈਂਸਲ ਜਾਂ ਡਿਲੇ ਹੋ ਜਾਂਦੀਆਂ ਨੇ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਨਾਰਥ ਅਮਰੀਕਨ ਨੈਸ਼ਨਲ ਦੇ ਰਾਸ਼ਟਰੀ ਕੈਰੀਅਰ ਏਅਰ ਕੈਨੇਡਾ ਨੇ ਆਪਣੀ ਫਲਾਈਟ ਸੇਵਾਵਾਂ ਨਾਲ ਨਵੇਂ ਸ਼ਹਿਰਾਂ ਨੂੰ ਜੋੜ ਕੇ ਅੰਤਰਰਾਸ਼ਟਰੀ ਨੈਟਵਰਕ ਦਾ ਵਿਸਥਾਰ ਕਰਨ ਦਾ ਐਲਾਨ ਕੀਤਾ ਹੈ। ਇਸ ਵਿਸਥਾਰ ਦੇ ਦੌਰਾਨ ਏਅਰਲਾਈਨਸ ਨੇ ਭਾਰਤ ਲਈ ਆਪਣੀਆਂ ਉਡਾਨ ਸੇਵਾਵਾਂ ਮੁੜ ਸ਼ੁਰੂ ਕਰ ਦਿੱਤੀਆਂ ਨੇ। ਏਅਰ ਕੈਨੇਡਾ ਵੱਲੋਂ ਵੈਂਕੂਵਰ ਤੋਂ ਦਿੱਲੀ ਫਲਾਈਟਸ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਉਹਨਾਂ ਕੁਝ ਚੁਣਵੀਆਂ ਫਲਾਈਟਸ ਵਿੱਚੋਂ ਹੈ ਜੋ ਕਿ ਰੂਸ ਵੱਲੋਂ ਯੂਕਰੇਨ ਉੱਪਰ ਹਮਲੇ ਮਗਰੋਂ ਬੰਦ ਕਰ ਦਿੱਤੀ ਗਈ ਸੀ। ਦੂਜੇ ਪਾਸੇ ਟੋਰਾਂਟੋ ਤੋਂ ਮੁੰਬਈ ਤੱਕ ਸੀਜ਼ਨਲ ਫਲਾਈਟਸ ਵੀ ਚਲਾਈਆਂ ਜਾਣਗੀਆਂ ਜਿਸ ਨਾਲ ਕੈਨੇਡਾ ਵਸਦੇ ਭਾਰਤੀਆਂ ਨੂੰ ਬੇਹੱਦ ਫਾਇਦਾ ਹੋਵੇਗਾ। ਏਅਰ ਕੈਨੇਡਾ ਵੱਲੋਂ 2022-2023 ਦੀ ਸਮਾਂ ਸਾਰਣੀ ਦਾ ਐਲਾਨ ਕਰਦਿਆਂ ਦੱਸਿਆ ਗਿਆ ਕਿ 1 ਅਕਤੂਬਰ ਤੋਂ ਵੈਂਕੂਵਰ ਦਿੱਲੀ ਫਲਾਈਟਸ ਮੁੜ ਸ਼ੁਰੂ ਹੋ ਰਹੀਆਂ ਨੇ। ਏਅਰ ਕੈਨੇਡਾ ਦੇ ਨੈਟਵਰਕ ਪਲੈਨਿੰਗ ਅਤੇ ਰਿਫਿਊਜੀ ਮੈਨੇਜਮੈਂਟ ਵਿਭਾਗ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਮਾਰਕ ਗਲਾਡੋ ਨੇ ਦੱਸਿਆ ਕਿ ਸਾਊਥ ਈਸਟ ਏਸ਼ੀਆ ਵਾਸਤੇ ਪਹਿਲੀ ਨਾਨ ਸਟਾਪ ਫਲਾਈਟ ਦਾ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ। ਇਸ ਦੇ ਨਾਲ ਹੀ ਉਹਨਾਂ ਆਖਿਆ ਕਿ ਵੈਂਕੂਵਰ ਤੋਂ ਬੈਂਕਾਕ ਤੱਕ ਹੁਣ ਤੱਕ ਕੋਈ ਸਿੱਧੀ ਫਲਾਈਟ ਨਹੀਂ ਸੀ ਜੋ ਕਿ ਹੁਣ ਹੋਣਗੀਆਂ।
ਦੂਜੇ ਪਾਸੇ ਟੋਰਾਂਟੋ ਤੋਂ ਮੁੰਬਈ ਜਾਣ ਵਾਲੀ ਫਲਾਈਟਸ 29 ਅਕਤੂਬਰ ਤੋਂ ਲੰਡਨ ਦੇ ਹੀਥਰੋ ਹਵਾਈ ਅੱਡੇ ਤੇ ਰੁਕ ਕੇ ਜਾਣਗੀਆਂ। ਗਲਾਡੋ ਨੇ ਅੱਗੇ ਕਿਹਾ ਕਿ ਮੁੰਬਈ ਭਾਰਤ ਦੀ ਆਰਥਿਕ ਰਾਜਨੀਤੀ ਹੈ ਅਤੇ ਅਜਿਹੇ ਵਿੱਚ ਮੁਸਾਫਰਾਂ ਦੀ ਵੱਧਦੀ ਗਿਣਤੀ ਪੱਕੀ ਸੇਵਾ ਸ਼ੁਰੂ ਕਰਨ ਦਾ ਸਬਬ ਵੀ ਬਣ ਸਕਦੀ ਹੈ। ਸਰਦ ਰੁੱਤ ਵਾਸਤੇ 에ਅਰ ਕੈਨੇਡਾ ਵੱਲੋਂ ਸਿਰਫ ਭਾਰਤ ਹੀ ਨਹੀਂ ਬਲਕਿ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਪੇਰੂ ਨੂੰ ਵੀ ਤਰਜੀਹ ਦਿੱਤੀ ਜਾ ਰਹੀ ਹੈ। ਵਿਸਤਾਰ ਦੇ ਹਿੱਸੇ ਵਜੋਂ 에ਅਰਲਾਈਨਸ ਬੈਂਕਾਕ ਸ਼ਹਿਰ ਲਈ ਵੀ ਉਡਾਣਾਂ ਸ਼ੁਰੂ ਕਰੇਗੀ, ਜੋ ਕਿ ਕੈਨੇਡਾ ਨੂੰ ਸਾਊਥ ਈਸਟ ਏਸ਼ੀਅਨ ਰੀਜਨ ਨਾਲ ਜੋੜਦੀ ਹੈ। ਇਸ ਤੋਂ ਇਲਾਵਾ 에ਅਰਲਾਈਨ ਨੇ ਸਾਊਥ ਪੈਸੀਫਿਕ ਅਤੇ ਸਾਊਥ ਅਮਰੀਕਾ ਲਈ ਆਪਣੀਆਂ ਸੇਵਾਵਾਂ ਦੇ ਵਿਸਥਾਰ ਦਾ ਵੀ ਐਲਾਨ ਕੀਤਾ ਹੈ। 에ਅਰਲਾਈਨ ਬ੍ਰਿਸਬੇਨ, ਸਿਡਨੀ ਅਤੇ ਆਕਲੈਂਡ ਲਈ ਆਪਣੀਆਂ ਸੀਜ਼ਨਲ ਸਰਵਿਸਿਜ਼ ਮੁੜ ਸ਼ੁਰੂ ਕਰੇਗੀ। ਇਸ ਤੋਂ ਇਲਾਵਾ ਦੱਖਣੀ ਅਮਰੀਕਾ ਲਈ ਮੌਸਮੀ ਸੇਵਾ ਮੌਂਟਰੀਅਲ ਅਤੇ ਟੋਰਾਂਟੋ ਤੋਂ ਲੀਮਾ, ਪੈਰੂ ਲਈ ਉਡਾਨਾਂ ਨਾਲ ਵੀ ਜਾਰੀ ਰੱਖੀ ਜਾ ਸਕਦੀ ਹੈ। ਦੱਸ ਦੇਈਏ ਕਿ 에ਅਰ ਕੈਨੇਡਾ ਕੈਨੇਡਾ ਦੀ ਸਭ ਤੋਂ ਵੱਡੀ 에ਅਰਲਾਈਨ ਹੈ, ਦੇਸ਼ ਦਾ ਫਲੈਗ ਕੈਰੀਅਰ ਹੈ ਅਤੇ ਸਟਾਰ ਅਲਾਈਅੰਸ ਦਾ ਇੱਕ ਸੰਸਥਾਪਕ ਹੈ, ਜੋ ਕਿ 2022 ਵਿੱਚ ਆਪਣੀ 25ਵੀਂ ਐਨੀਵਰਸਰੀ ਮਨਾ ਰਿਹਾ ਹੈ। ਇਹ ਦੁਨੀਆ ਦਾ ਸਭ ਤੋਂ ਵਿਆਪਕ ਹਵਾਈ ਆਵਾਜਾਈ ਨੈਟਵਰਕ ਹੈ। 에ਅਰ ਕੈਨੇਡਾ ਕੈਨੇਡਾ ਦੇ 51 ਹਵਾਈ ਅੱਡਿਆਂ, ਯੂਨਾਈਟਿਡ ਸਟੇਟਸ ਵਿੱਚ 51 ਅਤੇ ਅੰਤਰਰਾਸ਼ਟਰੀ ਪੱਧਰ ਤੇ 86 ਹਵਾਈ ਅੱਡਿਆਂ ਨੂੰ ਸਿੱਧੇ ਤੌਰ ਤੇ ਅਨੁਸੂਚਿਤ ਯਾਤਰੀ ਸੇਵਾਵਾਂ ਪ੍ਰਦਾਨ ਕਰਦਾ ਹੈ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ PNP ਡਰਾਅ ਕੱਢਿਆ ਗਿਆ ਹੈ, ਜਿਸ ਵਿੱਚ ਕਈ ਉਮੀਦਵਾਰਾਂ ਦੀ ਕਿਸਮਤ ਚਮਕੀ ਹੈ। ਜਿਨ੍ਹਾਂ ਉਮੀਦਵਾਰਾਂ ਨੂੰ ਇਨਵੀਟੇਸ਼ਨ ਹਾਸਲ ਹੋਏ ਨੇ, ਉਸ ਬਾਰੇ ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ ਡਿਟੇਲਜ਼ ਸਾਂਝੀਆਂ ਕੀਤੀਆਂ ਗਈਆਂ ਨੇ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਤੋਂ ਇਮੀਗ੍ਰੇਸ਼ਨ ਸੰਬੰਧੀ ਇੱਕ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੋਵਿੰਸ਼ੀਅਲ ਮੌਨਿਟਰਿੰਗ ਪ੍ਰੋਗਰਾਮ ਯਾਨੀ ਕਿ PNP ਵਿੱਚ 157 ਉਮੀਦਵਾਰਾਂ ਨੂੰ BC ਦੇ ਹਫ਼ਤਾਵਾਰੀ ਡਰਾਅ ਲਈ ਸੱਤਾ ਪੱਤਰ ਪ੍ਰਾਪਤ ਹੋਏ ਨੇ। ਇਸ ਡਰਾਅ ਦਾ ਐਲਾਨ 14 ਜੂਨ 2022 ਨੂੰ ਹੋਇਆ ਸੀ। BC ਕੈਨੇਡਾ ਦਾ ਇੱਕੋ ਇੱਕ ਅਜਿਹਾ ਸੂਬਾ ਹੈ ਜੋ ਕਿ ਹਫ਼ਤਾਵਾਰੀ ਆਧਾਰ ਤੇ ਇਨਵੀਟੇਸ਼ਨ ਜਾਰੀ ਕਰਦਾ ਹੈ। BC ਦੇ PNP ਲਈ ਉਮੀਦਵਾਰਾਂ ਨੂੰ ਆਮ ਤੌਰ ਤੇ ਸੈਕਟਰਾਂ ਅਤੇ ਆਬਜ਼ਰਵੇਸ਼ਨ ਰਿਪੋਰਟ ਦੇ ਆਧਾਰ ਤੇ ਜਰਨਲ ਅਤੇ ਟਾਰਗੇਟਡ ਡਰਾਅ ਰਾਹੀਂ ਇਨਵੀਟੇਸ਼ਨ ਦਿੱਤੇ ਜਾਂਦੇ ਨੇ। ਇਸ ਹਫ਼ਤੇ ਪਾਸਵੇ ਦੇ ਆਧਾਰ ਤੇ 76 ਅਤੇ 103 ਦੇ ਵਿਚਕਾਰ ਘੱਟੋ ਘੱਟ ਸਕਿਲਡ ਇਮੀਗ੍ਰੇਸ਼ਨ ਰਜਿਸਟ੍ਰੇਸ਼ਨ ਸਿਸਟਮ ਯਾਨੀ ਕਿ SIRS ਸਕੋਰਾਂ ਦੇ ਨਾਲ ਆਮ ਡਰਾਅ ਵਿੱਚ 138 ਇਨਵੀਟੇਸ਼ਨ ਜਾਰੀ ਕੀਤੇ ਗਏ ਸਨ। ਇਸ ਤੋਂ ਇਲਾਵਾ ਘੱਟੋ ਘੱਟ 109 ਸਕੋਰ ਵਾਲੇ ਵਰਕਰ, ਘੱਟੋ ਘੱਟ 123 ਸਕੋਰ ਦੇ ਨਾਲ ਸਕਿਲਡ ਵਰਕਰ EEBC ਆਪਸ਼ਨ, 96 ਦੇ ਘੱਟੋ ਘੱਟ ਸਕੋਰ ਦੇ ਨਾਲ ਇੰਟਰਨੈਸ਼ਨਲ ਗ੍ਰੈਜੂਏਟ, 106 ਦੇ ਘੱਟੋ ਘੱਟ ਸਕੋਰ ਦੇ ਨਾਲ ਇੰਟਰਨੈਸ਼ਨਲ ਗ੍ਰੈਜੂਏਟ EEBC ਆਪਸ਼ਨ, 76 ਦੇ ਘੱਟੋ ਘੱਟ ਸਕੋਰ ਨਾਲ ਐਂਟਰੀ ਲੈਵਲ ਐਂਡ ਸੈਮੀ ਸਕਿਲਡ ਸਕੋਰ ਜ਼ਰੂਰਤ ਹੋਗੀ। ਇਸ ਤੋਂ ਇਲਾਵਾ ਸੂਬੇ ਵੱਲੋਂ ਟਾਰਗੇਟਡ ਡਰਾਅ ਦੇ ਨਤੀਜੇ ਵੀ ਸਾਂਝੇ ਕੀਤੇ ਗਏ। ਹਾਲ ਹੀ ਵਿੱਚ ਬ੍ਰਿਟਿਸ਼ ਕੋਲੰਬੀਆ ਉਹਨਾਂ ਉਮੀਦਵਾਰਾਂ ਲਈ ਟਾਰਗੇਟਡ ਡਰਾਅ ਕੱਢ ਰਿਹਾ ਹੈ ਜੋ ਖਾਸ ਨੈਸ਼ਨਲ ਆਕੂਪੇਸ਼ਨਲ ਕਲਾਸੀਫਿਕੇਸ਼ਨ NOC ਦੇ ਤਹਿਤ ਘੱਟੋ ਘੱਟ ਲੋੜਾਂ ਨੂੰ ਪੂਰਾ ਕਰਦੇ ਨੇ, ਜੋ ਕਿ ਸੂਬੇ ਦੇ ਅੰਦਰ ਮੰਗ ਵਿੱਚ ਉਦਾਹਰਨ ਲਈ ਹੈਲਥ ਕੇਅਰ ਅਤੇ ਟੈਕ ਆਕੂਪੇਸ਼ਨ ਸੀ। ਟਾਰਗੇਟਡ ਡਰਾਅ ਲਈ SIRS ਸਕੋਰ ਜਨਰਲ ਡਰਾਅ ਪੂਲ ਵਿੱਚ ਉਹਨਾਂ ਦੀ ਸਕੋਰ ਜਿਹਨਾਂ ਤੋਂ ਉੱਚੀ ਹੋਣ ਦੀ ਲੋੜ ਨਹੀਂ ਹੈ। ਇਸ ਹਫ਼ਤੇ ਹਰੇਕ ਟਾਰਗੇਟਡ ਕੈਟੇਗਰੀ ਲਈ ਘੱਟੋ ਘੱਟ SIRS ਸਕੋਰ 60 ਦੀ ਲੋੜ ਸੀ। ਬ੍ਰਿਟਿਸ਼ ਕੋਲੰਬੀਆ ਨੇ ਆਪਣੇ ਟਾਰਗੇਟਡ ਡਰਾਅ ਦੇ ਵਿੱਚ 12 ਅਰਲੀ ਚਾਈਲਡਹੁੱਡ ਐਜੂਕੇਟਰਸ NOC 4214, 7 ਹੈਲਥ ਕੇਅਰ ਆਕੂਪੇਸ਼ਨਸ, 5 ਤੋਂ ਘੱਟ ਹੋਰ ਪ੍ਰਾਇਰਟੀ ਆਕੂਪੇਸ਼ਨਸ NOC 3114 ਅਤੇ 3213 ਉਮੀਦਵਾਰਾਂ ਨੂੰ ਸੱਦਾ ਦਿੱਤਾ। ਜੇਕਰ ਤੁਸੀਂ ਇੱਕ ਸਕਿਲਡ ਵਰਕਰ ਵਜੋਂ ਬ੍ਰਿਟਿਸ਼ ਕੋਲੰਬੀਆ ਵਿੱਚ ਵਾਸ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਚੁਣਨ ਲਈ ਦੋ ਵਿਕਲਪ ਹਨ: ਸਕਿਲਡ ਇਮੀਗ੍ਰੇਸ਼ਨ ਸਟ੍ਰੀਮ ਅਤੇ ਐਕਸਪ੍ਰੈਸ ਐਂਟਰੀ ਬ੍ਰਿਟਿਸ਼ ਕੋਲੰਬੀਆ ਸਟ੍ਰੀਮ। ਕੈਨੇਡਾ ਦੇ ਕਿਊਬਿਕ ਅਤੇ ਨੌਵਾਂ ਤੋਂ ਇਲਾਵਾ ਕਈ ਸੂਬੇ ਅਤੇ ਪ੍ਰਦੇਸ਼ ਆਪਣੇ ਖੁਦ ਦੇ PNP ਚਲਾਉਂਦੇ ਨੇ। ਹਾਲਾਂਕਿ ਪ੍ਰੋਵਿੰਸ਼ੀਅਲ ਨੋਮੀਨਲ ਪਰਮਾਨੈਂਟ ਰੈਜ਼ੀਡੈਂਸ ਤੋਂ ਵੱਖਰੀ ਹੈ, ਪਰ ਇਹ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ IRCC ਤੋਂ ਪਰਮਾਨੈਂਟ ਰੈਜ਼ੀਡੈਂਸ ਸਟੇਟਸ ਪ੍ਰਾਪਤ ਕਰਨ ਲਈ ਸੰਭਾਵਨਾਵਾਂ ਨੂੰ ਕਾਫੀ ਵਧਾ ਸਕਦੀ ਹੈ। ਕੈਨੇਡਾ ਵਿੱਚ 80 ਤੋਂ ਵੱਧ PNPs ਨੇ ਜਿਨ੍ਹਾਂ ਰਾਹੀਂ ਸੰਭਾਵਿਤ ਉਮੀਦਵਾਰ ਪਰਮਾਨੈਂਟ ਰੈਜ਼ੀਡੈਂਸੀ ਪ੍ਰਾਪਤ ਕਰ ਸਕਦੇ ਨੇ। ਇਹ ਸਿੱਧੇ ਪ੍ਰੋਵਿੰਸ ਨੂੰ ਅਰਜ਼ੀ ਦੇ ਕੇ ਜਾਂ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਦੁਆਰਾ ਕੀਤਾ ਜਾ ਸਕਦਾ ਹੈ। ਬਿਊਰੋ ਰਿਪੋਰਟ, ਚੈਨਲ ਪੰਜਾਬੀ।
ਕੈਨੇਡਾ ਵਿੱਚ ਇਹਨਾਂ ਦਿਨੀ ਕਿਰਤੀਆਂ ਦੀ ਕਾਫੀ ਘਾਟ ਪਾਈ ਜਾ ਰਹੀ ਹੈ। ਨਵੇਂ ਅਧਿਐਨ ਵਿੱਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਕਾਮਿਆਂ ਦੀ ਥੁੜ ਨਾਲ ਜੂਝ ਰਹੇ EMPLOYERS ਇੰਨੇ ਮਜਬੂਰ ਹੋ ਗਏ ਨੇ ਕਿ ਉੱਚ ਸਿੱਖਿਆ ਦੇ ਤਜਰਬੇ ਨੂੰ ਤਰਜੀਹ ਦੇਣ ਦੀ ਬਜਾਏ ਘੱਟ ਤਜਰਬੇ ਵਾਲੇ ਕਾਮਿਆਂ ਨੂੰ ਵੀ ਕੰਮ ਤੇ ਰੱਖ ਰਹੇ ਨੇ। ਕੈਨੇਡਾ ਦੇ ਵਿੱਚ ਵਰਕਰਸ ਦੀ ਕਿੱਲਤ ਹੁਣ ਸਭ ਦੇ ਸਾਹਮਣੇ ਹੈ। ਕੁਝ ਸਮੇਂ ਪਹਿਲਾਂ ਸਟੈਟਿਕਸ ਕੈਨੇਡਾ ਨੇ ਵੀ ਇਸ ਸੰਬੰਧੀ ਰਿਪੋਰਟ ਜਾਰੀ ਕੀਤੀ ਸੀ, ਜਿਸ ਵਿੱਚ ਇਹ ਸਾਫ਼ ਪਤਾ ਚੱਲਦਾ ਸੀ ਕਿ 2021 ਦੀ ਅੰਤਮ ਤਿਮਾਹੀ ਦੌਰਾਨ 9,15,000 ਅਸਾਮੀਆਂ ਖਾਲੀ ਰਹਿ ਗਈਆਂ, ਜਿਨ੍ਹਾਂ ਵਾਸਤੇ ਕਾਮੇ ਨਹੀਂ ਮਿਲ ਸਕੇ। ਅਮਰੀਕਾ ਦੀ ਵਿਸ਼ਵ ਪੱਧਰੀ ਰੋਜ਼ਗਾਰ ਸੰਬੰਧੀ ਵੈਬਸਾਈਟ ਇੰਡੀਡ ਵੱਲੋਂ ਮਈ ਮਹੀਨੇ ਵਿੱਚ ਕੈਨੇਡਾ ਦੇ 1,000 ਤੋਂ ਵੱਧ EMPLOYERS ਦਾ ਆਨਲਾਈਨ ਸਰਵੇਖਣ ਕੀਤਾ ਗਿਆ। ਇਸ ਨਵੇਂ ਸਰਵੇ ਵਿੱਚ ਸਾਹਮਣੇ ਆਇਆ ਕਿ ਕੈਨੇਡੀਅਨ EMPLOYERS ਕਿਸੇ ਵੀ ਤਜਰਬੇ ਤੋਂ ਬਿਨਾਂ ਵਰਕਰਸ ਨੂੰ ਹਾਇਰ ਕਰਨ ਲਈ ਤਿਆਰ ਨੇ ਅਤੇ ਅਜਿਹਾ ਲੇਬਰ ਮਾਰਕੀਟ ਵਿੱਚ ਆਈ ਤੰਗੀ ਕਾਰਨ ਕੀਤਾ ਜਾ ਰਿਹਾ ਹੈ। ਜਾਰੀ ਕੀਤੀ ਗਈ ਰਿਸਰਚ ਵਿੱਚ ਆਖਿਆ ਗਿਆ ਕਿ ਪਹਿਲਾਂ ਕਈ ਅਹੁਦਿਆਂ ਲਈ ਜਿੱਥੇ ਤਜਰਬਾ ਤੇ ਸਮੀਖਿਆ ਦੀ ਅਹਿਮ ਥਾਂ ਹੁੰਦੀ ਸੀ, ਹੁਣ ਲੇਬਰ ਦੀ ਘਾਟ ਕਾਰਨ ਇਸ ਦੀ ਕੋਈ ਖਾਸ ਅਹਿਮੀਅਤ ਨਹੀਂ ਰਹਿ ਗਈ। ਆਨਲਾਈਨ ਕਰਵਾਏ ਗਏ ਸਰਵੇਖਣ ਵਿੱਚ ਇਹ ਨਤੀਜੇ ਸਾਹਮਣੇ ਆਏ ਨੇ। ਸਰਵੇਖਣ ਵਿੱਚ ਪਾਇਆ ਗਿਆ ਕਿ 70% ਕੈਨੇਡੀਅਨ EMPLOYERS ਅਜਿਹੇ ਉਮੀਦਵਾਰਾਂ ਨੂੰ ਨੌਕਰੀ ਦੇਣਾ ਚਾਹੁੰਦੇ ਨੇ ਜਿਨ੍ਹਾਂ ਦੇ ਇੰਟਰਪਰਸਨਲ ਸਕਿੱਲਸ ਵਧੀਆ ਹੋਣ ਤੇ ਜਿਨ੍ਹਾਂ ਵਿੱਚ ਕੁਝ ਨਵਾਂ ਸਿੱਖਣ ਦੀ ਚਾਹ ਹੋਵੇ। ਇਹ ਵੀ ਪਾਇਆ ਗਿਆ ਕਿ 5 ਚੋਂ 4 EMPLOYERS ਦਾ ਕਹਿਣਾ ਹੈ ਕਿ ਉਹਨਾਂ ਦੀ ਕੰਪਨੀ ਉਹਨਾਂ ਬਿਨੇਕਾਰਾਂ ਨੂੰ ਹਾਇਰ ਕਰਨ ਉੱਤੇ ਵਿਚਾਰ ਕਰੇਗੀ ਜਿਨ੍ਹਾਂ ਕੋਲ ਨੌਕਰੀ ਲਈ ਕੋਈ ਡਿਗਰੀ ਜਾਂ ਸਰਟੀਫਿਕੇਸ਼ਨ ਨਾ ਹੋਵੇ, ਸਗੋਂ ਉਹਨਾਂ ਵੱਲੋਂ ਨਵੇਂ ਵਰਕਰਸ ਨੂੰ ਕੰਮ ਉੱਤੇ ਮੁਹੱਈਆ ਕਰਵਾਇਆ ਜਾਣ ਵਾਲੀ ਟ੍ਰੇਨਿੰਗ ਦੇ ਉਹ ਚਾਹਵਾਨ ਹੋਣ। ਉਮੀਦਵਾਰਾਂ ਨੂੰ ਲੱਭਣ ਵਿੱਚ ਪੇਸ਼ ਆ ਰਹੀਆਂ ਚੁਣੌਤੀਆਂ ਕਾਰਨ ਇਸ ਸਰਵੇਖਣ ਵਿੱਚ ਇਹ ਵੀ ਪਾਇਆ ਗਿਆ ਕਿ ਹਾਲਾਤ ਹੁਣ ਇਹ ਬਣ ਗਏ ਨੇ ਕਿ EMPLOYERS ਤਜਰਬੇ ਵਾਲੇ ਨੁਕਤੇ ਨੂੰ ਵੀ ਪਾਸੇ ਰੱਖਣ ਲਈ ਤਿਆਰ ਨੇ। ਸਟੈਟਿਕਸ ਕੈਨੇਡਾ ਵੱਲੋਂ ਇਸ ਮਹੀਨੇ ਦੇ ਸ਼ੁਰੂ ਵਿੱਚ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਮਈ ਮਹੀਨੇ ਵਿੱਚ ਕੈਨੇਡਾ ਦੀ ਬੇਰੁਜ਼ਗਾਰੀ ਦਰ 5.1% ਤੱਕ ਡਿੱਗ ਗਈ, ਜਿਹੜੀ ਕਿ 1976 ਤੋਂ ਬਾਅਦ ਸਭ ਤੋਂ ਹੇਠਲਾ ਪੱਧਰ ਹੈ। ਐਕਸਪਰਟਸ ਦਾ ਕਹਿਣਾ ਹੈ ਕਿ ਕਿਰਤੀਆਂ ਦੀ ਥੁੜ ਗੈਰ ਤਜਰਬੇਕਾਰ ਕਾਮਿਆਂ ਲਈ ਨੌਕਰੀ ਹਾਸਲ ਕਰਨ ਦਾ ਚੰਗਾ ਮੌਕਾ ਹੈ। ਬੇਸ਼ੱਕ ਇਸ ਦੌਰਾਨ ਕੰਪਨੀਆਂ ਦੇ ਮਾਲਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਉਹਨਾਂ ਵੱਲੋਂ ਗੈਰ ਤਜਰਬੇਕਾਰ ਕਾਮਿਆਂ ਨੂੰ ਜਿਹੜੀ ਛੂਟ ਦਿੱਤੀ ਜਾ ਰਹੀ ਹੈ, ਉਸ ਨਾਲ ਬਹੁਤ ਸਾਰੇ ਕਾਮਿਆਂ ਨੂੰ ਰੋਜ਼ਗਾਰ ਮਿਲਣ ਦੀ ਆਸ ਬੁਝ ਗਈ ਹੈ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਆਸਟ੍ਰੇਲੀਆ ਵਿੱਚ ਸਕਿਲਡ ਵਰਕਰਸ ਦੀ ਮੰਗ ਵੱਧ ਗਈ ਹੈ ਅਤੇ ਕਾਮਿਆਂ ਦੀ ਕਮੀ ਨੂੰ ਪੂਰਾ ਕਰਨ ਲਈ ਆਸਟ੍ਰੇਲੀਆ ਦੇ ਨਵੇਂ ਇਮੀਗ੍ਰੇਸ਼ਨ ਮੰਤਰੀ ਨੇ ਘੋਸ਼ਣਾ ਕੀਤੀ ਹੈ ਕਿ ਵੀਜ਼ਾ ਅਰਜ਼ੀਆਂ ਦੇ ਬੈਕਲੌਗ ਨੂੰ ਕਲੀਅਰ ਕਰਨ ਤੇ ਹੀ ਉਹਨਾਂ ਦਾ ਫੋਕਸ ਹੋਵੇਗਾ। ਆਸਟ੍ਰੇਲੀਆ ਵਿੱਚ ਹੁਨਰਮੰਦ ਕਾਮਿਆਂ ਦੀ ਮੰਗ ਵੱਧ ਗਈ ਹੈ। ਹੁਨਰਮੰਦ ਕਾਮਿਆਂ ਯਾਨੀ ਕਿ ਸਕਿਲਡ ਵਰਕਰਸ ਦੀ ਕਮੀ ਨੂੰ ਪੂਰਾ ਕਰਨ ਲਈ ਆਸਟ੍ਰੇਲੀਆ ਦੇ ਨਵੇਂ ਇਮੀਗ੍ਰੇਸ਼ਨ ਮੰਤਰੀ ਦੇ ਗ੍ਰਹਿ ਮਾਮਲਿਆਂ ਦੇ ਵਿਭਾਗ ਨੂੰ ਵੀਜ਼ਾ ਅਰਜ਼ੀਆਂ ਵਿੱਚ ਤੇਜ਼ੀ ਆਉਣ ਦੇ ਨਿਰਦੇਸ਼ ਦਿੱਤੇ ਗਏ ਨੇ। ਨਵੀਂ ਸਰਕਾਰ ਦੇ ਇਮੀਗ੍ਰੇਸ਼ਨ, ਸਿਟੀਜ਼ਨਸ਼ਿਪ, ਪ੍ਰਵਾਸੀ ਸੇਵਾਵਾਂ ਅਤੇ ਹੋਰ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਐਂਡਰਿਊ ਬ੍ਰਾਈਜ਼ ਨੇ ਘੋਸ਼ਣਾ ਕੀਤੀ ਕਿ ਵੀਜ਼ਾ ਅਰਜ਼ੀਆਂ ਦੇ ਬੈਕਲੌਗ ਨੂੰ ਕਲੀਅਰ ਕਰਨਾ ਉਚਿਤ ਹੈ। ਉਹਨਾਂ ਨੇ ਟਿੱਪਣੀ ਕੀਤੀ ਕਿ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਵਿੱਚ ਅਸਾਧਾਰਨ ਦੇਰੀ ਨੂੰ ਭਾਈਚਾਰੇ ਅਤੇ ਸਾਬਕਾ ਸਰਕਾਰ ਦੁਆਰਾ ਸਾਲਾਂ ਤੋਂ ਉਠਾਇਆ ਜਾ ਰਿਹਾ ਹੈ। ਐਂਡਰਿਊ ਮੁਤਾਬਕ ਬਕਾਇਆ ਵੀਜ਼ਾ ਅਰਜ਼ੀਆਂ ਨੂੰ ਪ੍ਰੋਸੈਸ ਕਰਨਾ ਆਸਟ੍ਰੇਲੀਆਈ ਸਰਕਾਰ ਦੀ ਇੱਕ ਪਹਿਲ ਹੈ। ਉਹਨਾਂ ਨੇ ਗ੍ਰਹਿ ਮਾਮਲਿਆਂ ਦੇ ਵਿਭਾਗ ਕੋਲ ਵੀਜ਼ਾ ਪ੍ਰੋਸੈਸਿੰਗ ਦੀ ਮੌਜੂਦਾ ਸਥਿਤੀ ਬਾਰੇ ਆਪਣੀਆਂ ਚਿੰਤਾਵਾਂ ਉਠਾਈਆਂ ਨੇ ਅਤੇ ਉਹ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਨ ਕਿ ਵੀਜ਼ਾ ਅਰਜ਼ੀਆਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾਵੇ। ਐਂਡਰਿਊ ਮੁਤਾਬਕ ਪਿਛਲੀ ਸਰਕਾਰ ਨੇ ਸਕਿਲਡ ਵਰਕਰ ਵੀਜ਼ਾ ਅਰਜ਼ੀਆਂ ਦੀ ਗਿਣਤੀ ਦੇ ਅੰਕੜੇ ਜਾਰੀ ਨਹੀਂ ਕੀਤੇ ਸੀ, ਜੋ ਕਿ ਜਮ੍ਹਾਂ ਹੋਈਆਂ ਪਈਆਂ ਨੇ। ਹਾਲਾਂਕਿ 2014 ਵਿੱਚ 1,95,000 ਦੇ ਦੂਜੇ ਕੱਢੇ ਤੇ 2022 ਵਿੱਚ 96,000 ਤੱਕ ਆਸਟ੍ਰੇਲੀਆ ਵਿੱਚ ਹੁਨਰਮੰਦ ਸਥਾਈ ਵੀਜ਼ਾ ਧਾਰਕਾਂ ਦੀ ਕੁੱਲ ਗਿਣਤੀ ਘਟੀ ਹੈ। ਆਸਟ੍ਰੇਲੀਅਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਯਾਨੀ ਕਿ ACCI ਦੇ CEO ਐਂਡਰਿਊ ਦੇ ਅਨੁਸਾਰ ਰੁਜ਼ਗਾਰ ਪਾਤਾ ਹੁਨਰਮੰਦ ਪ੍ਰਵਾਸੀਆਂ ਲਈ ਲੰਬੀ ਪ੍ਰੋਸੈਸਿੰਗ ਸਮਾਂ ਸੀਮਾਵਾਂ ਨਜਿੱਠੀਆਂ ਨੇ। ਉਹਨਾਂ ਨੇ ਕਿਹਾ ਕਿ ਲੰਬੇ ਵੀਜ਼ਾ ਪ੍ਰੋਸੈਸਿੰਗ ਉਡੀਕਾਂ ਨੂੰ ਘਟਾਉਣ ਲਈ ਹੋਰ ਸਰੋਤਾਂ ਦੀ ਲੋੜ ਹੈ। 2018 ਤੋਂ ਬਾਅਦ 480 ਵੀਜ਼ਾ ਦੇ ਕਰੀਬ ਇੰਤਜ਼ਾਰ ਸਮਾਂ ਸੀ, ਜੋ ਕਿ ਹਾਲ ਹੀ ਦੇ ਇੰਜੀਨੀਅਰਿੰਗ ਗ੍ਰੈਜੂਏਟਾਂ ਲਈ ਤਿਆਰ ਕੀਤਾ ਗਿਆ, ਜਿਸ ਦੇ ਨਾਲ ਹੀ 18 ਮਹੀਨੇ ਤੱਕ ਆਸਟ੍ਰੇਲੀਆ ਵਿੱਚ ਰਹਿਣਾ, ਕੰਮ ਕਰਨਾ ਜਾਂ ਅਧਿਐਨ ਕਰਨਾ ਹੋ ਸਕਦੇ ਨੇ। 41 ਮਹੀਨੇ ਤੱਕ ਇਹਨੂੰ ਵੀ ਵਧਾ ਦਿੱਤਾ ਗਿਆ। ਦੂਜੇ ਪਾਸੇ ਇੱਥੋਂ ਦੇ ਵਿਦਿਅਕ ਮਾਹਰਾਂ ਅਨੁਸਾਰ ਆਸਟ੍ਰੇਲੀਆ ਦੀ ਯੂਨੀਵਰਸਿਟੀਆਂ ਵਿੱਚ ਕੌਮਾਂਤਰੀ ਵਿਦਿਆਰਥੀਆਂ
ਉਹ ਉਮੀਦ ਵਿੱਚ ਨੇ ਕਿ ਆਸਟ੍ਰੇਲੀਆ ਦਾ ਸਿੱਖਿਆ ਖੇਤਰ ਇਸ ਸਾਲ ਦੇ ਅੰਤ ਤੱਕ ਮੁੜ ਲੈ ਕੇ ਆ ਜਾਵੇਗਾ। ਹੁਨਰ ਅਤੇ ਰੋਜ਼ਗਾਰ ਵਿਭਾਗ ਅਨੁਸਾਰ ਮਾਰਚ 2022 ਤੋਂ ਵਿਦਿਆਰਥੀਆਂ ਦੇ ਆਉਣ ਦੀ ਸ਼ੁਰੂਆਤੀ ਗਿਣਤੀ 1,30,900 ਸੀ, ਜੋ ਕਿ 2021 ਦੀ ਇਸ ਮਿਆਦ ਦੇ ਮੁਕਾਬਲੇ 2% ਵੱਧ ਹੈ। ਦੱਸਣਯੋਗ ਹੈ ਕਿ ਜਨਵਰੀ 2022 ਦੌਰਾਨ ਸਖਤ ਵੀਜ਼ਾ ਪਾਬੰਦੀਆਂ ਕਾਰਨ ਵਿਦਿਆਰਥੀਆਂ ਨੂੰ ਵੀਜ਼ਿਆਂ ਲਈ ਲੰਬੀ ਉਡੀਕ ਕਰਨੀ ਪਈ ਅਤੇ ਹੁਣ ਬਹੁਤ ਸਾਰੇ ਵੀਜ਼ੇ ਮਨਜ਼ੂਰ ਨਹੀਂ ਹੋ ਰਹੇ। ਡਿਪਾਰਟਮੈਂਟ ਆਫ ਐਜੂਕੇਸ਼ਨ, ਸਕਿੱਲਸ ਐਂਡ ਇੰਪਲਾਇਮੈਂਟ DESE ਦੇ ਅਨੁਸਾਰ ਮਾਰਚ 2022 ਵਿੱਚ 4,40,129 ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਦਾਖਲਾ ਲਿਆ, ਜੋ ਕਿ 2021 ਦੇ ਇਸ ਮਿਆਦ ਦੇ ਮੁਕਾਬਲੇ 15% ਤੱਕ ਘੱਟ ਹੈ। ਐਸੋਸੀਏਸ਼ਨ ਆਫ ਆਸਟ੍ਰੇਲੀਅਨ ਐਜੂਕੇਸ਼ਨ ਰਿਪਰੈਜ਼ੈਂਟੇਟਿਵਸ ਇਨ ਇੰਡੀਆ AAERI ਦੇ ਪ੍ਰਧਾਨ ਰਵੀ ਲੋਚਨ ਸਿੰਘ ਨੇ ਦੱਸਿਆ ਕਿ 2022 ਨੂੰ ਪਹਿਲੇ ਦਾਖਲੇ ਵਿੱਚ ਮੁੱਖ ਤੌਰ ਤੇ ਉਹ ਵਿਦਿਆਰਥੀ ਸ਼ਾਮਲ ਸਨ ਜਿਨ੍ਹਾਂ ਕੋਲ ਪਹਿਲਾਂ ਹੀ ਵੀਜ਼ਾ ਸੀ। ਉਹ ਆਨਲਾਈਨ ਪੜ੍ਹਾਈ ਕਰ ਰਹੇ ਸਨ ਅਤੇ COVID-19 ਕਾਰਨ ਯਾਤਰਾ ਕਰਨ ਦੇ ਯੋਗ ਨਹੀਂ ਸੀ। ਉਹਨਾਂ ਕਿਹਾ ਕਿ ਯੂਨੀਵਰਸਿਟੀਆਂ ਵਿੱਚ ਸੁਧਾਰ ਹੋ ਰਿਹਾ ਹੈ, ਪਰ ਪ੍ਰਾਈਵੇਟ ਆਊਟਰੀ ਯਾਨੀ ਕਿ ਰਜਿਸਟਰਡ ਸਿਖਲਾਈ ਸੰਸਥਾਵਾਂ ਦੇ ਦਾਖਲਿਆਂ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਮਹਿੰਗਾਈ ਦੇ ਸਤਾਏ ਅਮਰੀਕਨ ਵਾਸੀਆਂ ਨੂੰ ਬਾਈਡਨ ਸਰਕਾਰ ਵੱਡੀ ਰਾਹਤ ਦੇਣ ਤੇ ਵਿਚਾਰ ਕਰ ਰਹੀ ਹੈ। ਜੀ ਹਾਂ, ਗੈਸ ਦੀਆਂ ਵਧੀਆਂ ਕੀਮਤਾਂ ਕਾਰਨ ਬਣੇ ਦਬਾਅ ਦੇ ਦਰਮਿਆਨ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਸੰਸਦ ਨੂੰ ਇੱਕ ਪ੍ਰਪੋਜ਼ਲ ਪੇਸ਼ ਕੀਤਾ ਗਿਆ, ਜਿਸ ਅਨੁਸਾਰ ਗੈਸੋਲੀਨ ਅਤੇ ਡੀਜ਼ਲ ਤੇ ਲੱਗਣ ਵਾਲਾ ਟੈਕਸ 3 ਮਹੀਨੇ ਲਈ ਮਾਫ ਕਰ ਦਿੱਤਾ ਜਾਵੇਗਾ। ਮਹਿੰਗਾਈ ਦੀ ਮਾਰ ਚੱਲ ਰਹੇ ਅਮਰੀਕਾ ਵਾਸੀਆਂ ਨੂੰ ਬਾਈਡਨ ਸਰਕਾਰ ਵੱਡੀ ਰਾਹਤ ਦੇ ਸਕਦੀ ਹੈ। ਅਮਰੀਕਨ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਤਜਵੀਜ਼ ਪੇਸ਼ ਕੀਤੀ ਗਈ ਹੈ, ਜਿਸ ਮੁਤਾਬਕ ਗੈਸੋਲੀਨ ਅਤੇ ਡੀਜ਼ਲ ਤੇ ਲੱਗਣ ਵਾਲਾ ਟੈਕਸ ਮਾਫ ਕੀਤਾ ਜਾ ਸਕਦਾ ਹੈ ਜਾਂ ਫਿਰ ਸਬਸਿਡੀ ਦਿੱਤੀ ਜਾ ਸਕਦੀ ਹੈ। ਰਾਸ਼ਟਰਪਤੀ ਜੋ ਬਾਈਡਨ ਵੱਲੋਂ ਸੰਸਦ ਵਿੱਚ ਪੇਸ਼ ਤਜਵੀਜ਼ ਅਨੁਸਾਰ ਗੈਸੋਲੀਨ ਅਤੇ ਡੀਜ਼ਲ ਤੇ ਲੱਗਣ ਵਾਲਾ ਟੈਕਸ 3 ਮਹੀਨੇ ਲਈ ਮਾਫ ਕਰ ਦਿੱਤਾ ਜਾਵੇਗਾ। ਉੱਥੇ ਦੂਜੇ ਪਾਸੇ ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਟੈਕਸ ਕਟੌਤੀ ਦਾ ਫਾਇਦਾ ਸਿਰਫ ਗਰੀਬਾਂ ਨੂੰ ਮਿਲੇਗਾ, ਜੋ ਕਿ ਕੀਮਤਾਂ ਵਧਣ ਕਾਰਨ ਪਰੇਸ਼ਾਨੀ ਚੋਂ ਗੁਜ਼ਰ ਰਹੇ ਹਨ। ਕੀਮਤਾਂ ਵਧਣ ਦਾ ਅਸਲੀ ਕਾਰਨ ਸਪਲਾਈ ਵਿੱਚ ਆਈ ਹੋਈ ਕਮੀ ਹੈ ਅਤੇ ਆਰਜ਼ੀ ਤੌਰ ਤੇ ਕੀਮਤਾਂ ਘਟਾ ਕੇ ਕੋਈ ਫਾਇਦਾ ਨਹੀਂ ਹੋਣਾ। ਦੱਸਣਯੋਗ ਹੈ ਕਿ ਦੁਨੀਆ ਦੇ ਸਭ ਤੋਂ ਵਿਕਸਿਤ G7 ਮੁਲਕਾਂ ਵਿੱਚੋਂ ਇਹ ਕਦਮ ਉਠਾਉਣ ਵਾਲਾ ਅਮਰੀਕਾ ਪਹਿਲਾ ਦੇਸ਼ ਹੋਵੇਗਾ। ਉਧਰ ਦੂਜੇ ਪਾਸੇ ਯੂਕੇ 'ਚ ਮਹਿੰਗਾਈ ਦਰ 9% ਤੋਂ ਪਾਰ ਹੋ ਚੁੱਕੀ ਹੈ ਅਤੇ ਉੱਥੋਂ ਦੀ ਸਰਕਾਰ ਵੱਲੋਂ ਗੈਸ ਅਤੇ ਡੀਜ਼ਲ ਤੇ ਟੈਕਸਾਂ ਵਿੱਚ ਰਾਹਤ ਦਿੱਤੀ ਗਈ ਹੈ, ਪਰ ਟੈਕਸ ਮੁਕੰਮਲ ਤੌਰ ਤੇ ਖਤਮ ਨਹੀਂ ਕੀਤਾ ਗਿਆ। ਇਸੇ ਤਰ੍ਹਾਂ ਇਟਲੀ, ਜਰਮਨੀ, ਫਰਾਂਸ ਅਤੇ ਜਾਪਾਨ 'ਚ ਕੀਤਾ ਗਿਆ। ਇਸੇ ਦੌਰਾਨ ਕੈਨੇਡਾ ਦੇ ਨੈਚੁਰਲ ਰਿਸੋਰਸਸ ਮਿਨਿਸਟਰ ਜੋਨਾਥਨ ਵਿਲਕਿੰਸਨ ਨੇ ਕਿਹਾ ਹੈ ਕਿ ਕੈਨੇਡਾ ਦੀ ਫੈਡਰਲ ਸਰਕਾਰ ਗੈਸ ਟੈਕਸਾਂ ਵਿੱਚ ਕਟੌਤੀ ਕਰਨ ਦੀ ਕੋਈ ਯੋਜਨਾ ਨਹੀਂ ਬਣਾ ਰਹੀ। ਕੈਨੇਡਾ ਸਰਕਾਰ ਸਪਲਾਈ ਵਧਾ ਕੇ ਤੇਲ ਕੀਮਤਾਂ ਨੂੰ ਸਥਿਰ ਕਰਨਾ ਚਾਹੁੰਦੀ ਹੈ। ਲਿਬਰਲ ਸਰਕਾਰ ਦੇ ਇਸ ਸਟੈਂਡ ਤੋਂ ਕੁਝ ਆਰਥਿਕ ਮਾਹਰ ਵੀ ਹੈਰਾਨ ਨੇ ਅਤੇ ਸਵਾਲ ਚੱਕ ਰਹੇ ਨੇ ਕਿ ਹੁਣ ਤੱਕ ਟਰੂਡੋ ਸਰਕਾਰ ਨੇ ਇਸ ਪਾਸੇ ਧਿਆਨ ਕਿਉਂ ਨਹੀਂ ਦਿੱਤਾ। ਇਸ ਤੋਂ ਇਲਾਵਾ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਨਾਲ ਸੰਬੰਧਿਤ ਵੈਂਕੂਵਰ ਸਕੂਲ ਆਫ ਇਕਨੋਮਿਕਸ ਦੇ ਪ੍ਰੋਫੈਸਰ ਕੇਵਿਨ ਮਿਲੀਗਨ ਨੇ ਆਖਿਆ ਹੈ ਕਿ ਟੈਕਸਾਂ ਵਿੱਚ ਕਟੌਤੀ ਰਾਹੀਂ ਸਮੱਸਿਆ ਹੱਲ ਨਹੀਂ ਕੀਤੀ ਜਾ ਸਕਦੀ। ਹੁਣ ਦੇਖਣਾ ਇਹ ਹੋਵੇਗਾ ਕਿ ਕੈਨੇਡਾ ਦੀ ਸਰਕਾਰ ਅਮਰੀਕਾ ਦੀ ਸਰਕਾਰ ਤੋਂ ਪ੍ਰੇਰਣਾ ਲੈ ਕੇ ਕੀ ਕਦਮ ਚੁੱਕਦੀ ਹੈ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਸੱਤਾਧਾਰੀ ਲਿਬਰਲ ਪਾਰਟੀ ਕੈਨੇਡਾ ਵਾਸੀਆਂ ਦੇ ਮਨ ਤੋਂ ਉਤਰਦੀ ਜਾ ਰਹੀ ਹੈ। ਇਹ ਗੱਲ ਖੁਦ ਕੈਨੇਡੀਅਨਸ ਨੇ ਇੱਕ ਸਰਵੇਖਣ ਦੌਰਾਨ ਜ਼ਾਹਰ ਕੀਤੀ ਹੈ। ਕੰਜ਼ਰਵੇਟਿਵ ਪਾਰਟੀ ਲਿਬਰਲਸ ਦੇ ਮੁਕਾਬਲੇ 5% ਪਪੂਲੈਰਿਟੀ ਪੁਆਇੰਟਸ ਨਾਲ ਅੱਗੇ ਚੱਲ ਰਹੀ ਹੈ। ਨਵੇਂ ਸਰਵੇਖਣ ਅਨੁਸਾਰ ਲਿਬਰਲਸ ਨੂੰ ਕੰਜ਼ਰਵੇਟਿਵਾਂ ਦੀ ਪਪੂਲੈਰਿਟੀ ਮਹਿੰਗੀ ਪੈ ਸਕਦੀ ਹੈ। ਸੱਤਾਧਾਰੀ ਲਿਬਰਲ ਪਾਰਟੀ ਕੈਨੇਡਾ ਵਾਸੀਆਂ ਦੇ ਮਨ ਤੋਂ ਉਤਰਦੀ ਜਾ ਰਹੀ ਹੈ ਅਤੇ ਪੱਕੇ ਆਗੂ ਤੋਂ ਵਿਹੂਣੀ ਕੰਜ਼ਰਵੇਟਿਵ ਪਾਰਟੀ ਨੂੰ ਵੋਟ ਪਾਉਣ ਦੀ ਗੱਲ ਕਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਹ ਦਾਅਵਾ ਨੈਨੋਜ਼ ਰਿਸਰਚ ਦੇ ਤਾਜ਼ਾ ਸਰਵੇਖਣ ਵਿੱਚ ਕੀਤਾ ਗਿਆ। ਸਰਵੇਖਣ ਮੁਤਾਬਕ ਕੈਨੇਡਾ ਦੇ 36% ਲੋਕ ਕੰਜ਼ਰਵੇਟਿਵ ਪਾਰਟੀ ਨੂੰ ਵੋਟ ਪਾਉਣਾ ਚਾਹੁੰਦੇ ਨੇ, ਜਦਕਿ ਲਿਬਰਲ ਪਾਰਟੀ ਦੇ ਹੱਕ ਵਿੱਚ ਖੜੇ ਲੋਕਾਂ ਦੀ ਗਿਣਤੀ 31% ਦਰਜ ਕੀਤੀ ਗਈ ਹੈ। ਜਗਮੀਤ ਸਿੰਘ ਦੀ ਅਗਵਾਈ ਵਾਲੀ NDP ਨੂੰ ਪਹਿਲੀ ਪਸੰਦ ਦੱਸਣ ਵਾਲਿਆਂ ਦੀ ਗਿਣਤੀ 19% ਅਤੇ ਬਲਾਕ ਕਿਊਬੈਕ ਦੇ ਹੱਕ ਵਿੱਚ ਖੜੇ ਲੋਕਾਂ ਦੀ ਗਿਣਤੀ 6% ਦਰਜ ਕੀਤੀ ਗਈ ਹੈ। ਮੁਲਕ ਦੇ 5% ਲੋਕ ਗ੍ਰੀਨ ਪਾਰਟੀ ਦੀ ਹਿਮਾਇਤ ਕਰ ਰਹੇ ਨੇ, ਜਦਕਿ 3% ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਹੱਕ ਵਿੱਚ ਖੜੇ ਹਨ। ਸਰਵੇਖਣ ਕੰਪਨੀ ਦੇ ਕਰਤਾ ਧਰਤਾ ਨਿਕ ਨੈਨੋਜ਼ ਨੇ ਕਿਹਾ ਹੈ ਕਿ ਕੰਜ਼ਰਵੇਟਿਵ ਪਾਰਟੀ ਕਾਫੀ ਅੱਗੇ ਨਜ਼ਰ ਆ ਰਹੀ ਹੈ, ਜਿਸ ਨੂੰ ਆਪਣਾ ਨਵਾਂ ਆਗੂ 10 ਸਤੰਬਰ ਨੂੰ ਮਿਲ ਜਾਵੇਗਾ।
ਫਿਲਹਾਲ ਕੈਂਡਸ ਬਰਗਨ ਆਰਜ਼ੀ ਤੌਰ ਤੇ ਪਾਰਟੀ ਦੀ ਕਮਾਨ ਸੰਭਾਲ ਰਹੀ ਹੈ, ਪਰ ਇਸ ਦੇ ਬਾਵਜੂਦ ਲਿਬਰਲ ਪਾਰਟੀ ਉੱਪਰ ਮਿਲ ਰਹੀ ਲੀਡ ਤੋਂ ਪਾਰਟੀ ਦੇ ਆਗੂ ਖੁਦ ਹੈਰਾਨ ਹਨ। ਸਰਵੇਖਣ ਕਹਿੰਦਾ ਹੈ ਕਿ ਹਰ ਸੱਤਾਧਾਰੀ ਪਾਰਟੀ ਨੂੰ ਇੱਕ ਨਾ ਇੱਕ ਦਿਨ ਹਾਰ ਦਾ ਮੂੰਹ ਦੇਖਣਾ ਪੈਂਦਾ ਹੈ ਅਤੇ ਕੈਨੇਡਾ ਵਿੱਚ ਅਗਲੀਆਂ ਆਮ ਚੋਣਾਂ ਲਿਬਰਲ ਪਾਰਟੀ ਵਾਸਤੇ ਸੌਖੀਆਂ ਨਹੀਂ ਹੋਣਗੀਆਂ। ਜਸਟਿਨ ਟਰੂਡੋ ਦੀ ਸਰਕਾਰ 2019 ਤੋਂ ਬਾਅਦ ਬਹੁਮਤ ਹਾਸਲ ਕਰਨ ਵਿੱਚ ਅਸਫਲ ਰਹੀ ਅਤੇ ਮੌਜੂਦਾ ਹਾਲਾਤ ਲਿਬਰਲ ਵਰਗੇ ਨਿਕਾਰ ਵੱਲ ਇਸ਼ਾਰਾ ਕਰ ਰਹੇ ਨੇ। ਮਹਿੰਗਾਈ ਅਤੇ ਵਾਤਾਵਰਣ ਤਬਦੀਲੀਆਂ ਸਣੇ ਕਈ ਮੁੱਦਿਆਂ ਤੇ ਲਿਬਰਲ ਸਰਕਾਰ ਵੱਲੋਂ ਉਠਾਏ ਗਏ ਕਦਮਾਂ ਤੋਂ ਲੋਕ ਖੁਸ਼ ਨਹੀਂ, ਜਦਕਿ ਇਹ ਵੀ ਮਹਿਸੂਸ ਹੋ ਰਿਹਾ ਹੈ ਕਿ ਕੁਝ ਲੋਕ ਲਿਬਰਲ ਪਾਰਟੀ ਤੋਂ ਅੱਕ ਚੁੱਕੇ ਨੇ। 2 ਜਾਂ 3 ਮਹੀਨੇ ਬਾਅਦ ਕੈਨੇਡਾ ਦੇ ਆਰਥਿਕ ਮੰਦੀ ਵਿੱਚ ਘਿਰਨ ਦੇ ਹਾਲਾਤਾਂ ਦੇ ਮੱਦੇਨਜ਼ਰ ਵੀ ਕੈਨੇਡਾ ਦੇ ਲੋਕ ਚਿੰਤਤ ਮਹਿਸੂਸ ਕਰ ਰਹੇ ਨੇ। ਇੱਕ ਹੋਰ ਰਿਪੋਰਟ ਮੁਤਾਬਕ ਨੈਨੋਸ ਦੇ ਸਰਵੇਖਣ ਦੌਰਾਨ 18 ਸਾਲ ਤੋਂ ਵੱਧ ਉਮਰ ਦੇ ਤਕਰੀਬਨ 1100 ਲੋਕਾਂ ਦੀ ਰਾਏ ਦਰਜ ਕੀਤੀ ਗਈ। ਸਰਵੇਖਣ ਨਤੀਜਿਆਂ ਵਿੱਚ ਮਾਮੂਲੀ ਤਰੁੱਟੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਦੱਸ ਦਈਏ ਕਿ ਕੈਨੇਡਾ ਵਿੱਚ ਅਗਲੀਆਂ ਆਮ ਚੋਣਾਂ 2025 ਵਿੱਚ ਹੋਣਗੀਆਂ ਅਤੇ ਘੱਟ ਗਿਣਤੀ ਲਿਬਰਲ ਸਰਕਾਰ ਵੱਲੋਂ ਬਜਟ ਸਣੇ ਹੋਰ ਅਹਿਮ ਮਤੇ ਪਾਸ ਕਰਨ ਲਈ NDP ਨਾਲ ਸੰਧੀ ਕੀਤੀ ਗਈ ਹੈ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰਵਾਂਡਾ ਵਿਖੇ ਇੱਕ ਨਿਊਜ਼ ਕਾਨਫਰੰਸ ਦੌਰਾਨ ਰੂਸ ਦੇ ਯੂਕਰੇਨ ਤੇ ਹਮਲੇ ਕਾਰਨ ਪੈਦਾ ਹੋਏ ਆਲਮੀ ਭੋਜਨ ਸੰਕਟ ਦਾ ਮੁਕਾਬਲਾ ਕਰਨ ਲਈ ਸੰਯੁਕਤ ਰਾਸ਼ਟਰ ਵਿਸ਼ਵ ਖੁਰਾਕ ਪ੍ਰੋਗਰਾਮ ਨੂੰ $250 ਮਿਲੀਅਨ ਵਾਧੂ ਸਹਾਇਤਾ ਪ੍ਰਦਾਨ ਕਰਨ ਦੀ ਘੋਸ਼ਣਾ ਕੀਤੀ ਹੈ। ਇਸ ਦੇ ਨਾਲ ਹੀ ਉਹਨਾਂ ਨੇ 2020 ਵਿੱਚ ਨੋਵਾ ਸਕੋਸ਼ੀਆ ਵਿੱਚ ਹੋਈ ਸਮੂਹਿਕ ਗੋਲੀਬਾਰੀ ਵਿੱਚ RCMP ਦੀ ਜਾਂਚ ਵਿੱਚ ਕਥਿਤ ਦਖਲ-ਅੰਦਾਜ਼ੀ ਬਾਰੇ ਵੀ ਚਰਚਾ ਕੀਤੀ। ਕਿਗਾਲੀ, ਰਵਾਂਡਾ ਵਿੱਚ ਇੱਕ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਹ ਰਾਸ਼ਟਰਮੰਡਲ ਸਰਕਾਰਾਂ ਦੇ ਮੁਖੀਆਂ ਦੀ ਮੀਟਿੰਗ ਲਈ ਰਵਾਂਡਾ ਵਿੱਚ ਨੇ ਅਤੇ ਉਹ ਕਈ ਮੁੱਦਿਆਂ ਤੇ ਉੱਥੇ ਚਰਚਾ ਕਰਨਗੇ। ਇਹਨਾਂ ਮੁੱਦਿਆਂ ਵਿੱਚ ਰੂਸ ਦੇ ਯੂਕਰੇਨ ਦੇ ਹਮਲੇ ਅਤੇ ਉੱਥੇ ਪੈਦਾ ਹੋਏ ਭੋਜਨ ਸੰਕਟ ਸ਼ਾਮਲ ਨੇ। ਇਸ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਸ਼ਵ ਭੋਜਨ ਸੰਗਠਨ ਨਾਲ ਨਜਿੱਠਣ ਲਈ $250 ਮਿਲੀਅਨ ਦਾ ਐਲਾਨ ਕੀਤਾ ਹੈ। ਇਹ ਫੰਡਿੰਗ ਵਿਸ਼ਵਵਿਆਪੀ ਭੋਜਨ ਅਤੇ ਪੋਸ਼ਣ ਸੰਬੰਧੀ ਲੋੜਾਂ ਨੂੰ ਪੂਰਾ ਕਰੇਗੀ। One of the themes that we're going to continue to talk about here is going to be the challenges facing the world, from climate change to the outcomes of the pandemic, but also the destabilization that Russia's illegal and illegitimate war in Ukraine is causing on economies, on supply chains, inflationary pressures both at home and around the world, but also pressures on fuel and specifically on food. At the beginning of the year, Canada's invested about $500 million in aid for the World Food Programme, for UNICEF, for other UN agencies to try and counter this food crisis that is entirely caused by Russia's illegal and illegitimate actions. And I'm happy to announce an additional $250 million that Canada is going to be putting forward towards the UN, towards the World Food Programme, to help immediately do more on this crisis. I want to thank Minister Sajjan for his work on bringing together solutions to this global food crisis, and highlight the work he's going to be doing on Friday in Germany to continue these conversations with partners and allies around the world. ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ RCMP ਕਮਿਸ਼ਨਰ ਬ੍ਰੈਂਡਾ ਲੱਕੀ ਦੇ ਖਿਲਾਫ ਕਥਿਤ ਦਖਲ-ਅੰਦਾਜ਼ੀ ਦੇ ਦੋਸ਼ਾਂ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਅਸੀਂ ਕਿਸੇ ਤੇ ਕੋਈ ਦਬਾਅ ਨਹੀਂ ਪਾਇਆ ਅਤੇ ਇਹ ਸਿਰਫ RCMP ਹੈ ਜੋ ਨਿਰਧਾਰਤ ਕਰੇਗਾ ਕਿ ਕਦੋਂ ਅਤੇ ਕਿੰਨੀ ਜਾਣਕਾਰੀ ਸਾਂਝੀ ਕਰਨੀ ਚਾਹੀਦੀ ਹੈ। ਅਸੀਂ ਇਸ ਮੁੱਦੇ ਤੇ ਜ਼ਿੰਮੇਵਾਰੀ ਨਾਲ ਕੰਮ ਕਰਨ ਲਈ ਜ਼ਰੂਰੀ ਕਦਮ ਚੁੱਕਦੇ ਰਹਾਂਗੇ। The things we're discussing here are problems that are not just being felt by Canadians, but being felt around the world. And that's why it's important for us to get together, gather, and deal with it on the ground here, but as we look towards the G7 meeting in Germany and the NATO meeting in Spain in the coming days. Prime Minister, I wanted to start with a question about the controversy around Brenda Lucki and the revelations of the Nova Scotia Mass Casualty Commission. Did your office or any other office pressure Commissioner Lucki or negotiate with Commissioner Lucki to release specific information about those killings to help advance gun legislation? Would those conversations have been appropriate, and do you still have confidence in the Commissioner to lead the RCMP? Absolutely not on the pressure. We did not put any undue influence or pressure. It is extremely important to highlight that it is only
It is only the RCMP, it is only police that determine what and when to release information. The Commissioner's statement, the Minister's statement were very clear on that. And yes, I still very much have confidence in Commissioner Leckie. I will highlight, however, that when the worst mass shooting in Canada's history happened, we had a lot of questions. Canadians had a lot of questions. And I got regular briefings on what we knew, what we didn't know. And those answers continue to come out even as the public inquiry is ongoing, so families can actually learn what happened, and we will continue to take responsible action. ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਰਸੀਐਮਪੀ ਕਮਿਸ਼ਨਰ ਬ੍ਰੈਂਡਾ ਲੱਕੀ ਉੱਤੇ ਅਜੇ ਵੀ ਪੂਰਾ ਭਰੋਸਾ ਹੈ। ਉਹਨਾਂ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਸਰਕਾਰ ਨੇ ਨੈਸ਼ਨਲ ਪੁਲਿਸ ਫੋਰਸ ਉੱਤੇ ਕਿਸੇ ਕਿਸਮ ਦਾ ਦਬਾਅ ਜਾਂ ਪ੍ਰਭਾਵ ਪਾਇਆ। ਇਸ ਤਰ੍ਹਾਂ ਦੇ ਇਨਕਾਰ ਦੇ ਬਾਵਜੂਦ ਇਸ ਸਿਟਿੰਗ ਦੇ ਫਾਈਨਲ ਪ੍ਰਸ਼ਨ ਕਾਲ ਦੌਰਾਨ ਇਹ ਮੁੱਦਾ ਬਣਿਆ ਰਿਹਾ ਕਿ ਹੁਣ ਇਸ ਮੁੱਦੇ ਦਾ ਚੰਗੀ ਤਰ੍ਹਾਂ ਅਧਿਐਨ ਕਰਨ ਦਾ ਫੈਸਲਾ ਕੀਤਾ ਗਿਆ। ਇਸ ਮਾਮਲੇ ਦੀ ਜਾਂਚ ਹੁਣ ਕਮੇਟੀ ਕਰੇਗੀ। ਮਾਉਂਟੀਜ਼ ਦੀ ਇਹ ਹੈੱਡ ਤੇ ਲਿਬਰਲ ਸਰਕਾਰ ਉਸ ਸਮੇਂ ਸਾਰਿਆਂ ਦੀ ਨਜ਼ਰਾਂ ਵਿੱਚ ਆਈ ਜਦੋਂ ਅਪ੍ਰੈਲ 2020 ਵਿੱਚ ਨੋਵਾ ਸਕੋਸ਼ੀਆ 'ਚ 22 ਵਿਅਕਤੀਆਂ ਦੇ ਹੋਏ ਕਤਲੇਆਮ ਦੇ ਮਾਮਲੇ ਦੀ ਜਾਂਚ ਵਿੱਚ ਉਹਨਾਂ ਉੱਤੇ ਸਿਆਸੀ ਦਖਲਅੰਦਾਜ਼ੀ ਦੇ ਦੋਸ਼ ਲੱਗੇ। ਇੱਕ ਅਖਬਾਰ ਵਿੱਚ ਛਪੀ ਹੋਈ ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਆਰਸੀਐਮਪੀ ਦੇ ਸੁਪਰਿੰਟੈਂਡੈਂਟ ਵੱਲੋਂ ਲੱਕੀ ਉੱਤੇ ਦੋਸ਼ ਲਗਾਉਂਦੇ ਆਖਿਆ ਗਿਆ ਹੈ ਕਿ ਉਸਨੇ ਫੈਡਰਲ ਪਬਲਿਕ ਸੇਫਟੀ ਡਿਪਾਰਟਮੈਂਟ ਤੇ ਪ੍ਰਧਾਨ ਮੰਤਰੀ ਆਫਿਸ ਨੂੰ ਇਹ ਵਾਅਦਾ ਕੀਤਾ ਸੀ ਕਿ ਸ਼ੂਟਰ ਵੱਲੋਂ ਜਿਨ੍ਹਾਂ ਗਨਸ ਦੀ ਵਰਤੋਂ ਕੀਤੀ ਗਈ ਸੀ ਉਸ ਬਾਰੇ ਜਾਣਕਾਰੀ ਰਿਲੀਜ਼ ਕੀਤੀ ਜਾਵੇਗੀ। ਇਹ ਵੀ ਸਾਹਮਣੇ ਆਇਆ ਹੈ ਕਿ ਇਹ ਮਾਮਲਾ ਪੈਂਡਿੰਗ ਪਏ ਗਨ ਕੰਟਰੋਲ ਬਿੱਲ ਨਾਲ ਜੁੜਿਆ ਹੋਇਆ ਹੈ। ਇਸ ਹਫਤੇ ਕਾਮਨਵੈਲਥ ਸਿਖਰ ਵਾਰਤਾ ਵਿੱਚ ਹਿੱਸਾ ਲੈਣ ਲਈ ਕਿਗਾਲੀ ਰਵਾਂਡਾ ਗਏ ਟਰੂਡੋ ਨੇ ਆਖਿਆ ਕਿ ਆਰਸੀਐਮਪੀ ਉੱਤੇ ਕਿਸੇ ਕਿਸਮ ਦਾ ਦਬਾਅ ਜਾਂ ਪ੍ਰਭਾਵ ਨਹੀਂ ਪਾਇਆ ਗਿਆ। ਉਹਨਾਂ ਆਖਿਆ ਕਿ ਕਿਹੜੀ ਜਾਣਕਾਰੀ ਜਾਰੀ ਕਰਨੀ ਹੈ ਤੇ ਕਦੋਂ ਕਰਨੀ ਹੈ ਇਹ ਫੈਸਲਾ ਆਰਸੀਐਮਪੀ ਹੀ ਕਰੇਗੀ ਤੇ ਇਹ ਵੀ ਆਖਿਆ ਕਿ ਉਹਨਾਂ ਨੂੰ ਲੱਕੀ ਦੀ ਕਾਬਲੀਅਤ ਤੇ ਉਹਨਾਂ ਦੇ ਹੱਥ ਆਰਸੀਐਮਪੀ ਦੀ ਸੌਂਪੀ ਗਈ ਵਾਗਡੋਰ ਉੱਤੇ ਪੂਰਾ ਭਰੋਸਾ ਹੈ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਜਦੋਂ ਮਸ਼ਹੂਰ ਕੈਨੇਡੀਅਨ ਸ਼ਹਿਰਾਂ ਦੀ ਗੱਲ ਆਉਂਦੀ ਹੈ ਤਾਂ ਸ਼ਾਇਦ ਟੋਰਾਂਟੋ ਤੇ ਵੈਂਕੂਵਰ ਦੀ ਚਰਚਾ ਹੋ ਸਕਦੀ ਹੈ, ਪਰ 2022 ਦੇ ਨਵੇਂ ਸਰਵੇਖਣ ਵਿੱਚ ਇਹ ਪਤਾ ਚੱਲਿਆ ਕਿ ਕੈਲਗਰੀ ਕੈਨੇਡਾ ਵਿੱਚ ਰਹਿਣ ਲਈ ਸਭ ਤੋਂ ਵਧੀਆ ਜਗ੍ਹਾ ਹੈ। 3 ਕੈਨੇਡੀਅਨ ਸ਼ਹਿਰ ਰਹਿਣ ਦੇ ਹਿਸਾਬ ਨਾਲ ਦੁਨੀਆ ਵਿੱਚ 10 ਸਭ ਤੋਂ ਉਮਦਾ ਸ਼ਹਿਰਾਂ ਵਿੱਚ ਸ਼ਾਮਲ ਹੋ ਗਏ ਨੇ। ਇਕਨੋਮਿਸਟ ਇੰਟੈਲੀਜੈਂਟ ਯੂਨਿਟ ਯਾਨੀ ਕਿ EIU ਦੇ ਗਲੋਬਲ ਲਿਵੇਬਿਲਿਟੀ ਇੰਡੈਕਸ 2022 ਵੱਲੋਂ ਤਿਆਰ ਕੀਤੀ ਗਈ ਇਸ ਐਨੂਅਲ ਰੈਂਕਿੰਗ ਵਿੱਚ ਇੱਕ ਵਾਰੀ ਫੇਰ ਵੀਏਨਾ ਆਸਟ੍ਰੇਲੀਆ ਨੇ ਸਭ ਤੋਂ ਸਿਖਰਲਾ ਸਥਾਨ ਹਾਸਲ ਕੀਤਾ ਹੈ, ਜਦਕਿ ਪਿਛਲੇ ਸਾਲ ਕੋਵਿਡ ਸੰਬੰਧੀ ਪਾਬੰਦੀਆਂ, ਮਿਊਜ਼ੀਅਮ ਅਤੇ ਰੈਸਟੋਰੈਂਟ ਬੰਦ ਹੋਣ ਕਾਰਨ ਵੀਏਨਾ ਤੋਂ ਵੀ ਇਸ ਦਾ ਸਿਖਰਲਾ ਸਥਾਨ ਖੁੱਸ ਗਿਆ ਸੀ। ਜੇ ਤੁਸੀਂ ਕੈਲਗਰੀ ਜਾਂ ਵੈਨਕੂਵਰ ਵਿੱਚ ਰਹਿੰਦੇ ਹੋ ਤਾਂ ਤੁਸੀਂ ਦੁਨੀਆ ਦੇ ਸਭ ਤੋਂ ਜ਼ਿਆਦਾ ਬਿਹਤਰੀਨ ਸ਼ਹਿਰਾਂ ਵਿੱਚੋਂ ਇੱਕ ਵਿੱਚ ਰਹਿ ਰਹੇ ਹੋ। ਇਹ ਸ਼ਹਿਰ ਦੁਨੀਆ ਦੇ ਸਭ ਤੋਂ ਬਿਹਤਰ ਸ਼ਹਿਰ ਵੀਏਨਾ, ਕੋਪਨਹੈਗਨ, ਡੈਨਮਾਰਕ ਤੇ ਜ਼ਿਊਰਿਚ, ਸਵਿਟਜ਼ਰਲੈਂਡ ਤੋਂ ਬਾਅਦ ਸਭ ਤੋਂ ਵਧੀਆ ਸ਼ਹਿਰ ਦੱਸੇ ਗਏ ਹਨ। ਟੋਰਾਂਟੋ ਚੌਥੇ ਸਥਾਨ ਤੋਂ 8ਵੇਂ ਪਾਇਦਾਨ ਉੱਤੇ ਖਿਸਕ ਗਿਆ ਹੈ। ਇਹਨਾਂ 10 ਟੌਪ ਕਲਾਸ ਸ਼ਹਿਰਾਂ ਵਿੱਚ ਥਾਂ ਬਣਾਉਣ ਵਾਲੇ ਗੈਰ ਯੂਰੋਪੀਅਨ ਸ਼ਹਿਰਾਂ ਵਿੱਚ ਜਾਪਾਨ ਦਾ ਓਸਾਕਾ ਤੇ ਆਸਟ੍ਰੇਲੀਆ ਦਾ ਮੈਲਬਰਨ ਸ਼ਾਮਲ ਨੇ। ਇਹ ਦਰਜੇਬੰਦੀ ਸਮੁੱਚੀ ਸਥਿਰਤਾ, ਹੈਲਥਕੇਅਰ, ਕਲਚਰ ਅਤੇ এনवायरमेंट, ਐਜੂਕੇਸ਼ਨ ਤੇ ਇਨਫਰਾਸਟ੍ਰਕਚਰ ਉੱਤੇ ਆਧਾਰਿਤ ਹੈ। ਇਹ ਰੈਂਕਿੰਗ 30 ਤੋਂ ਵੱਧ ਫੈਕਟਰਸ ਤੇ ਦੁਨੀਆ ਭਰ ਦੇ 170 ਤੋਂ ਜ਼ਿਆਦਾ ਸ਼ਹਿਰਾਂ ਨੂੰ ਦਰਸਾਉਂਦੀ ਹੈ। ਹਰ ਸਾਲ ਸੂਚੀ ਵਿੱਚ ਆਮ ਤੌਰ ਤੇ ਬਹੁਤ ਸਾਰੇ ਨਾਰਥ ਅਮਰੀਕਾ ਅਤੇ ਵੈਸਟਰਨ ਯੂਰੋਪੀਅਨ ਸ਼ਹਿਰ ਟੌਪ ਤੇ ਹੁੰਦੇ ਨੇ ਅਤੇ ਇਸ ਸਾਲ ਵੀ ਕੋਈ ਐਕਸੈਪਸ਼ਨ ਨਹੀਂ ਹੈ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਕਈ ਹਫ਼ਤਿਆਂ ਤੋਂ ਚੱਲ ਰਹੀਆਂ ਮੈਰਾਥਨ ਮੀਟਿੰਗਸ, ਸੈਂਕੜਾ ਬੁਲਾਰਿਆਂ ਤੇ ਦਰਜਨਾਂ ਅਮੈਂਡਮੈਂਟਸ ਤੋਂ ਬਾਅਦ ਵੈਂਕੂਵਰ ਸਿਟੀ ਕੌਂਸਲ ਨੇ ਵਿਵਾਦਗ੍ਰਸਤ ਬ੍ਰੌਡਵੇ ਪਲਾਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਵੈਂਕੂਵਰ ਸਿਟੀ ਕੌਂਸਲ ਨੇ ਬ੍ਰੌਡਵੇ ਪਲਾਨ ਨੂੰ ਮਨਜ਼ੂਰੀ ਦੇਣ ਲਈ ਵੋਟ ਦਿੱਤੀ ਹੈ, ਜੋ ਕਿ ਸੈਂਕੜੇ ਬਲਾਕਾਂ ਨੂੰ ਬਦਲ ਦੇਵੇਗਾ। ਵੈਂਕੂਵਰ ਦੇ ਬ੍ਰੌਡਵੇ ਕੋਰੀਡੋਰ ਦੇ ਭਵਿੱਖ ਲਈ ਇੱਕ ਵਿਆਪਕ ਯੋਜਨਾ ਨੂੰ ਪ੍ਰਵਾਨਗੀ ਦਿੱਤੀ ਗਈ ਹੈ। 3 ਸਾਲਾਂ ਦੀ ਸਲਾਹ ਮਸ਼ਵਰੇ ਅਤੇ 5 ਹਫ਼ਤਿਆਂ ਦੀ ਬਹਿਸ ਤੋਂ ਬਾਅਦ ਚਰਚਾ ਸ਼ੁਰੂ ਹੋਣ ਤੋਂ ਲਗਭਗ 10 ਘੰਟੇ ਬਾਅਦ ਕੌਂਸਲ ਨੇ 7-4 ਦੇ ਵੋਟ ਨਾਲ ਬ੍ਰੌਡਵੇ ਯੋਜਨਾ ਨੂੰ ਪਾਸ ਕਰ ਦਿੱਤਾ।
ਹਾਲਾਂਕਿ ਬ੍ਰੌਡਵੇ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਕੁਝ ਕਿਰਾਏਦਾਰਾਂ ਨੇ ਚਿੰਤਾ ਪ੍ਰਗਟ ਕੀਤੀ ਕਿ ਉਹਨਾਂ ਦੀ ਕਿਸਮਤ ਪਹਿਲਾਂ ਤੋਂ ਹੀ ਨਾ ਸਹਿਣਯੋਗ ਮਾਰਕੀਟ ਤੋਂ ਬਾਹਰ ਹੋ ਸਕਦੀ ਹੈ। ਦੂਜੇ ਪਾਸੇ ਪ੍ਰਵਾਨਗੀ ਯੋਜਨਾ ਵਿੱਚ ਕਿਰਾਏਦਾਰਾਂ ਲਈ ਨਵੀਂ ਸੁਰੱਖਿਆ ਸ਼ਾਮਲ ਹੈ ਜੋ ਕਿ ਭਵਿੱਖ ਦੇ ਵਿਕਾਸ ਦੁਆਰਾ ਵਿਸਥਾਪਿਤ ਹੋ ਸਕਦੇ ਹਨ। ਕਲਾਰਕ ਡਰਾਈਵ ਅਤੇ ਵਾਈਨ ਸਟਰੀਟ ਦੇ ਵਿਚਕਾਰ ਹਲਚਲ ਵਾਲੇ ਬ੍ਰੌਡਵੇ ਕੋਰੀਡੋਰ ਨੂੰ ਵੈਂਕੂਵਰ ਦੇ ਸੈਕੰਡ ਡਾਊਨਟਾਊਨ ਵਿੱਚ ਬਦਲਣ ਦੀ 30 ਸਾਲ ਦੀ ਯੋਜਨਾ ਮਿਲੇਨੀਅਮ ਲਾਈਨ ਦੇ $2.38 ਬਿਲੀਅਨ ਐਕਸਟੈਂਸ਼ਨ ਦੇ ਆਲੇ-ਦੁਆਲੇ ਨਵੇਂ ਰਿਹਾਇਸ਼, ਨੌਕਰੀਆਂ ਅਤੇ ਸੁਵਿਧਾਵਾਂ ਪੈਦਾ ਕਰੇਗੀ ਜੋ ਕਿ 2025 ਵਿੱਚ ਮੁਕੰਮਲ ਹੋਣ ਵਾਲੀ ਹੈ। ਮੇਅਰ ਕੈਨੇਡੀ ਸਟੀਵਰਟ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੈਂ ਕਿਰਾਏਦਾਰਾਂ ਨੂੰ ਪਹਿਲ ਦੇਣ ਦਾ ਵਾਅਦਾ ਕੀਤਾ ਸੀ ਅਤੇ ਕੌਂਸਲ ਨੇ ਇੱਕ ਯੋਜਨਾ ਪਾਸ ਕੀਤੀ ਹੈ ਜੋ ਕਿ ਯਕੀਨੀ ਬਣਾਉਂਦੀ ਹੈ ਕਿ ਵੈਨਕੂਵਰ ਦੀ ਖੁਸ਼ਹਾਲੀ ਹਰ ਕਿਸੇ ਨਾਲ ਸਾਂਝੀ ਕੀਤੀ ਜਾਂਦੀ ਹੈ। ਉਹ ਲੋਕ ਜੋ ਅੱਜ ਬ੍ਰੌਡਵੇ ਨੂੰ ਘਰ ਕਹਿੰਦੇ ਨੇ ਅਤੇ 50,000 ਨਵੇਂ ਗੁਆਂਢੀ ਜੋ ਅਗਲੇ 30 ਸਾਲਾਂ ਵਿੱਚ ਬ੍ਰੌਡਵੇ ਵਿੱਚ ਚਲੇ ਜਾਣਗੇ। ਇਸ ਯੋਜਨਾ ਵਿੱਚ ਹਰ ਉਮਰ ਅਤੇ ਯੋਗਤਾ ਵਾਲੇ ਬਾਈਕ ਲੇਨਾਂ ਸਮੇਤ ਸਰਗਰਮ ਆਵਾਜਾਈ ਵਿੱਚ ਸੁਧਾਰ ਅਤੇ ਚਾਈਲਡ ਕੇਅਰ, ਪਾਰਕਾਂ, ਪਲਾਜ਼ਾ, ਸੱਭਿਆਚਾਰਕ ਸਥਾਨਾਂ ਅਤੇ ਭਾਈਚਾਰਕ ਸਹੂਲਤਾਂ ਵਿੱਚ ਵਾਧੂ ਨਿਵੇਸ਼ ਸ਼ਾਮਲ ਹੈ। ਦੱਸ ਦਈਏ ਕਿ ਬ੍ਰੌਡਵੇ ਯੋਜਨਾ ਮਾਰਚ 2019 ਤੋਂ ਹੀ ਕੰਮ ਵਿੱਚ ਹੈ। ਇਹ ਬ੍ਰੌਡਵੇ ਦੇ ਨਾਲ-ਨਾਲ ਨਵੇਂ ਸਕਾਈ ਟ੍ਰੇਨ ਸਟੇਸ਼ਨਸ ਦੇ ਨੇੜੇ ਕਿਰਾਏ ਅਤੇ ਸਟੇਟ ਹਾਊਸਿੰਗ ਦੇ ਨਿਰਮਾਣ ਲਈ ਪੜਾਅ ਤੈਅ ਕਰਦੀ ਹੈ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਸਰੀ ਬੋਰਡ ਆਫ ਟ੍ਰੇਡ ਜੋ ਕਿ ਕਾਰੋਬਾਰਾਂ ਨੂੰ ਸਰੀ ਵੱਲ ਆਕਰਸ਼ਿਤ ਕਰਦਾ ਹੈ ਅਤੇ ਸਰੀ ਵਿੱਚ ਕਾਰੋਬਾਰ ਦਾ ਸਮਰਥਨ ਕਰਦਾ ਹੈ, ਉਸ 'ਚ ਹੁਣ ਨਵੇਂ ਡਾਇਰੈਕਟਰ ਵਜੋਂ 3 ਪੰਜਾਬੀਆਂ ਨੇ ਅਹੁਦਾ ਸੰਭਿਆ ਹੈ। ਦੱਸ ਦਈਏ ਕਿ ਸਰੀ ਬੋਰਡ ਆਫ ਟ੍ਰੇਡ ਕਾਰੋਬਾਰਾਂ ਅਤੇ ਸੰਸਥਾਵਾਂ ਨੂੰ ਆਰਥਿਕ ਮੌਕੇ, ਕਾਰਜ ਸਥਾਨ ਦੇ ਵਿਕਾਸ ਅਤੇ ਸਿੱਖਿਆ, ਅੰਤਰਰਾਸ਼ਟਰੀ ਵਪਾਰ, ਸਰਕਾਰੀ ਵਕਾਲਤ ਅਤੇ ਵਪਾਰਕ ਕਨੈਕਸ਼ਨ ਪ੍ਰਦਾਨ ਕਰਦਾ ਹੈ। ਇਹ ਸਰੀ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਕੈਨੇਡਾ ਦੇ ਸਰੀ ਸ਼ਹਿਰ ਦੇ ਵਪਾਰਕ ਸੰਗਠਨ ਸਰੀ ਬੋਰਡ ਆਫ ਟ੍ਰੇਡ ਵੱਲੋਂ ਆਪਣੇ 4 ਨਵੇਂ ਡਾਇਰੈਕਟਰਾਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ਵਿੱਚ 3 ਪੰਜਾਬੀ ਸ਼ਾਮਲ ਨੇ। ਰਾਜ ਸਿੱਧੂ, ਅੰਮ੍ਰਿਤਾ ਭੋਗਲ, ਜੇਸਨ ਟੋਨੀਅਨ ਅਤੇ ਰਿਕ ਮਾਨ ਸਰੀ ਬੋਰਡ ਆਫ ਟ੍ਰੇਡ ਦੇ ਨਵੇਂ ਡਾਇਰੈਕਟਰ ਚੁਣੇ ਗਏ, ਜਦਕਿ ਬਲਜੀਤ ਧਾਲੀਵਾਲ ਲਗਾਤਾਰ ਦੂਜੀ ਵਾਰ ਬੋਰਡ ਚੇਅਰ ਵਜੋਂ ਹੀ ਸੇਵਾਵਾਂ ਨਿਭਾਉਣਗੇ। ਕੋਰੋਨਾ ਮਹਾਮਾਰੀ ਦੌਰਾਨ ਲਗਭਗ 2 ਸਾਲ ਆਈਸੋਲੇਟ ਰਹਿਣ ਮਗਰੋਂ ਸਰੀ ਬੋਰਡ ਆਫ ਟ੍ਰੇਡ ਵੱਲੋਂ ਆਪਣੀ 58ਵੀਂ ਸਾਲਾਨਾ ਸ਼ੈਲਟਨ ਵੈਂਕੂਵਰ ਗਿਲਡਫੋਰਡ ਹੋਟਲ ਵਿੱਚ ਮੀਟਿੰਗ ਰੱਖੀ ਗਈ। ਸਰੀ ਨਿਊਟਨ ਤੋਂ ਵਿਧਾਇਕ ਅਤੇ BC ਦੇ ਲੇਬਰ ਮਾਮਲਿਆਂ ਦੇ ਬਾਰੇ ਮੰਤਰੀ ਹੈਰੀ ਬੈਂਸ ਵਿਸ਼ੇਸ਼ ਤੌਰ ਤੇ ਪੁੱਜੇ। ਬੋਰਡ ਵੱਲੋਂ 2 ਸਾਲ ਲਈ ਆਪਣੇ 4 ਨਵੇਂ ਬਿਜ਼ਨਸ ਲੀਡਰ, ਭਾਵ ਡਾਇਰੈਕਟਰ ਅਤੇ 3 ਰਿਟਰਨਿੰਗ ਡਾਇਰੈਕਟਰਾਂ ਦੀ ਚੋਣ ਕੀਤੀ ਗਈ ਹੈ। ਬੋਰਡ ਦੇ ਨਵੇਂ ਚੁਣੇ ਗਏ 4 ਡਾਇਰੈਕਟਰਾਂ ਵਿੱਚ ਸਨਰਾਈਜ਼ ਕਿਚਨਜ਼ ਦੀ ਅੰਮ੍ਰਿਤਾ ਭੋਗਲ, ਕੋਲੀਅਰਸ ਇੰਟਰਨੈਸ਼ਨਲ ਦੇ ਰਾਜ ਸਿੱਧੂ, BD ਗਰੁੱਪ ਦੇ ਜੇਸਨ ਟੈਨੀਅਨ ਅਤੇ ਆਇਲਜ਼ ਆਫ ਮਾਨ ਪ੍ਰਾਪਰਟੀ ਗਰੁੱਪ ਦੇ ਰਿਕ ਮਾਨ ਸ਼ਾਮਲ ਨੇ। ਇਸ ਤੋਂ ਇਲਾਵਾ ਰਿਟਰਨਿੰਗ ਡਾਇਰੈਕਟਰਾਂ ਵਿੱਚ ਫੋਰਟਿਸ BC ਦੇ ਡੇਵਿਡ ਬੈਟਨ, ਪੋਰਟ ਆਫ ਬੈਲਜੀਅਮ ਦੇ ਜੌਨ ਮਿਚਨਰ ਅਤੇ ਵੈਂਕੂਵਰ ਫਰੇਜ਼ਰ ਪੋਰਟ ਅਥਾਰਟੀ ਦੇ ਜੋਸਲਿਨ ਯੰਗ ਸ਼ਾਮਲ ਨੇ। ਇਸ ਮੌਕੇ ਸੰਬੋਧਨ ਕਰਦਿਆਂ ਸਰੀ ਬੋਰਡ ਆਫ ਟ੍ਰੇਡ ਦੇ ਚੇਅਰ ਬਲਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਸਰੀ ਬੋਰਡ ਆਫ ਟ੍ਰੇਡ ਇੱਕ ਸੁਤੰਤਰ ਕਾਰੋਬਾਰੀ ਸੰਗਠਨ ਹੈ ਜੋ ਕਿ ਸਰੀ ਨੂੰ ਖੁਸ਼ਹਾਲ ਦੇਖਣਾ ਚਾਹੁੰਦਾ ਹੈ। ਇਸ ਤੋਂ ਇਲਾਵਾ 2022-2023 ਦੀ ਟਰਮ ਲਈ ਟਿੰਕਰੋ ਟੈਕਸ ਐਂਡ ਅਕਾਊਂਟਿੰਗ ਦੇ ਬਲਜੀਤ ਸਿੰਘ ਧਾਲੀਵਾਲ ਦੂਜੇ ਕਾਰਜਕਾਲ ਦੌਰਾਨ ਵੀ ਬੋਰਡ ਦੇ ਚੇਅਰ ਬਣੇ ਰਹਿਣਗੇ, ਜਦਕਿ KSW ਲਾਇਰਸ ਦੇ ਰੌਰੀ ਮੋਰਗਨ ਨੂੰ ਵਾਈਸ ਚੇਅਰ ਵਜੋਂ ਜ਼ਿੰਮੇਵਾਰੀ ਸੌਂਪੀ ਗਈ ਹੈ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਵਿਦੇਸ਼ਾਂ ਵਿੱਚ ਆ ਕੇ ਵਸੇ ਪੰਜਾਬੀ ਭਾਈਚਾਰੇ ਦੇ ਲੋਕਾਂ ਵੱਲੋਂ ਲਗਾਤਾਰ ਕਿਸੇ ਨਾ ਕਿਸੇ ਖੇਤਰ ਵਿੱਚ ਮੱਲਾਂ ਮਾਰ ਕੇ ਪੰਜਾਬੀਅਤ ਦਾ ਨਾਮ ਰੌਸ਼ਨ ਕੀਤਾ ਜਾ ਰਿਹਾ ਹੈ। ਖਬਰ ਇਟਲੀ ਤੋਂ ਸਾਹਮਣੇ ਆਈ ਹੈ, ਜਿੱਥੇ ਪੰਜਾਬੀ ਮੁੱਲ ਦੇ ਨੌਜਵਾਨਾਂ ਨੇ ਆਪਣੀ ਮਿਹਨਤ ਦੇ ਝੰਡੇ ਗੱਡੇ ਹੋਏ ਨੇ। ਪੰਜਾਬੀ ਦੁਨੀਆ ਦੇ ਜਿਸ ਦੇਸ਼ ਅੰਦਰ ਜਾ ਕੇ ਰਹਿਣ ਵਸੇਰਾ ਕਰਦੇ ਹਨ, ਉਹ ਦੇਸ਼ ਉਹਨਾਂ ਲਈ ਕਰਮ ਭੂਮੀ ਬਣ ਜਾਂਦਾ ਹੈ। ਵਿਦੇਸ਼ਾਂ ਦੀ ਧਰਤੀ ਤੇ ਆਏ ਦਿਨ ਪੰਜਾਬੀ ਭਾਈਚਾਰੇ ਦੇ ਲੋਕ ਕਾਮਯਾਬੀ ਦੇ ਝੰਡੇ ਬੁਲੰਦ ਕਰਕੇ ਪੰਜਾਬੀ ਭਾਈਚਾਰੇ ਦਾ ਨਾਮ ਮਾਣ ਨਾਲ ਉੱਚਾ ਕਰ ਰਹੇ ਨੇ। ਇਟਲੀ ਵਿੱਚ ਵੀ ਪੰਜਾਬੀ ਭਾਈਚਾਰਾ ਹੁਣ ਮਜ਼ਬੂਤ ਹੁੰਦਾ ਦਿਖਾਈ ਦੇ ਰਿਹਾ। ਇਟਲੀ ਦੇ ਪ੍ਰੋਵਿੰਸ ਬਰੇਸ਼ੀਆ ਅਧੀਨ ਪੈਂਦੇ ਟਾਊਨ ਗੋਤਲੋਂਗੇ ਦੀ ਨਗਰਪਾਲਿਕਾ ਨੇ 22 ਸਾਲਾ ਪੰਜਾਬੀ ਉਮੀਦਵਾਰ ਲਵਪ੍ਰੀਤ ਸਿੰਘ ਨੂੰ ਸਿਟੀ ਕੌਂਸਲ ਲਈ ਸਲਾਹਕਾਰ ਚੁਣਿਆ। ਇਹ ਪਹਿਲਾ ਭਾਰਤੀ ਹੈ ਜਿਸ ਨੇ ਸਭ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਅਤੇ ਰਿਕਾਰਡ ਸਥਾਪਿਤ ਕੀਤਾ।
ਲਵਪ੍ਰੀਤ ਸਿੰਘ ਨੇ ਮਿਸਟਰ ਡੈਨੀਅਲ ਦੀ ਅਗਵਾਈ ਵਾਲੀ ਪਾਰਟੀ ਅਧੀਨ ਇਹ ਚੋਣ ਲੜੀਆਂ ਅਤੇ ਸਾਬਕਾ ਮੇਅਰ ਤੋਂ ਬਾਅਦ ਦੂਜੇ ਨੰਬਰ ਤੇ ਰਿਹਾ। ਗੋਤਲੋਗੇ ਟਾਊਨ ਵਿੱਚ ਰਹਿਣ ਵਾਲੇ ਵਿਦੇਸ਼ੀਆਂ ਵਿੱਚ ਖਾਸ ਕਰਕੇ ਭਾਰਤੀਆਂ 'ਚ ਲਵਪ੍ਰੀਤ ਸਿੰਘ ਤੇ ਇਹ ਉਮੀਦ ਹੈ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰੇਗਾ। ਦੱਸਣਯੋਗ ਹੈ ਕਿ ਲਵਪ੍ਰੀਤ ਸਿੰਘ ਸੰਨ 2000 ਵਿੱਚ ਇਟਲੀ ਆਇਆ ਸੀ, ਜਿਸ ਨੇ ਸਕੂਲ ਦੀ ਪੜ੍ਹਾਈ ਤੋਂ ਬਾਅਦ ਪ੍ਰਸ਼ਾਸਨ, ਵਿੱਤ ਅਤੇ ਮਾਰਕੀਟਿੰਗ ਵਿੱਚ ਗ੍ਰੈਜੂਏਸ਼ਨ ਕੀਤੀ ਅਤੇ ਹੁਣ ਨਾਲ ਦੀ ਨਾਲ ਯੂਨੀਵਰਸਿਟੀ ਵਿੱਚ ਪੜ੍ਹਾਈ ਕਰ ਰਿਹਾ। ਲਵਪ੍ਰੀਤ ਸਿੰਘ ਨੇ ਕਿਹਾ ਕਿ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਵਡਮੁੱਲਾ ਵੋਟ ਪਾ ਕੇ ਮੈਨੂੰ ਚੁਣਿਆ ਹੈ। ਇਸ ਦੇ ਨਾਲ ਹੀ ਪੰਜਾਬੀ ਭਾਈਚਾਰੇ ਦਾ ਮਾਣ ਵਧਾਉਣ ਵਾਲੇ ਹੋਰ ਵੀ ਕਈ ਪੰਜਾਬੀ ਨੇ। ਕੁਝ ਸਮੇਂ ਪਹਿਲਾਂ ਪੰਜਾਬੀ ਜਿੱਥੇ ਵੀ ਗਏ ਉਹਨਾਂ ਨੇ ਆਪਣੀ ਮਿਹਨਤ ਅਤੇ ਇਮਾਨਦਾਰੀ ਨਾਲ ਉੱਥੇ ਆਪਣੀ ਪਹਿਚਾਣ ਬਣਾਈ ਹੈ। ਇਸ ਤਰ੍ਹਾਂ ਦੀ ਮਾਣਮੱਤੀ ਖਬਰ ਇਟਲੀ ਦੇ ਜ਼ਿਲ੍ਹਾ ਰੈਜਮੋਲੀਆ ਦੇ ਸ਼ਹਿਰ ਕੈਂਪਜੀਨੇ ਤੋਂ ਆਈ ਹੈ, ਜਿੱਥੇ ਹਰਪ੍ਰੀਤ ਸਿੰਘ ਕੰਗ ਉਰਫ ਹੈਪੀ ਨੇ ਨਗਰ ਕੌਂਸਲ ਦੀ ਚੋਣ ਵਿੱਚ ਸਭ ਤੋਂ ਵੱਧ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ, ਜਿਸ ਨਾਲ ਇਲਾਕੇ ਦੇ ਪੰਜਾਬੀਆਂ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ ਹੈ। ਹਰਪ੍ਰੀਤ ਸਿੰਘ ਦੇ ਪਿਤਾ ਭੁਪਿੰਦਰ ਸਿੰਘ, ਜੋ ਕਿ ਗੁਰਦੁਆਰਾ ਸ਼੍ਰੀ ਸਿੰਘ ਸਭਾ ਪਾਰਮਾ ਦੇ ਪ੍ਰਧਾਨ ਵੀ ਨੇ, ਉਹਨਾਂ ਨੇ ਦੱਸਿਆ ਕਿ ਹਰਪ੍ਰੀਤ 1996 ਵਿੱਚ ਇਟਲੀ ਆਇਆ ਸੀ। ਇਟਲੀ ਵਿੱਚ ਉਸਨੇ 12ਵੀਂ ਤੱਕ ਦੀ ਸਿੱਖਿਆ ਵੀ ਪ੍ਰਾਪਤ ਕੀਤੀ ਹੈ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਕੈਨੇਡਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਬਰੈਂਪਟਨ ਵਿੱਚ ਹੋਈ ਗੋਲੀਬਾਰੀ ਦੇ ਮਾਮਲੇ 'ਚ ਪੁਲਿਸ ਨੇ 20 ਸਾਲ ਦੇ ਭਾਰਤੀ ਨੌਜਵਾਨ ਖਿਲਾਫ ਸਰਚ ਵਾਰੰਟ ਕਢਵਾਏ ਨੇ। ਬਰੈਂਪਟਨ ਵਿਖੇ ਸੋਮਵਾਰ ਨੂੰ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਪੁਲਿਸ ਨੇ 2 ਜਾਣਿਆਂ ਨੂੰ ਕਾਬੂ ਕਰ ਲਿਆ ਹੈ, ਜਦਕਿ 20 ਸਾਲ ਦੇ ਹਰਨੂਰ ਸਿੰਘ ਥਿੰਦ ਦੀ ਭਾਲ ਕਰ ਰਹੀ ਹੈ। ਪੁਲਿਸ ਨੇ ਹਰਨੂਰ ਥਿੰਦ ਨੂੰ ਅਪੀਲ ਕੀਤੀ ਹੈ ਕਿ ਉਹ ਆਤਮ ਸਮਰਪਣ ਕਰ ਦੇਵੇ। ਪੀਲ ਰੀਜਨ ਪੁਲਿਸ ਨੇ ਦੱਸਿਆ ਕਿ 20 ਜੂਨ ਨੂੰ ਰਾਤ ਸੈਂਡਵੈਲ ਵੁੱਡ ਪਾਰਕ ਅਤੇ ਚਿੰਗੁਆਕੋਸੀ ਰੋਡ ਇਲਾਕੇ ਵਿੱਚ ਗੋਲੀਆਂ ਚੱਲਣ ਦੀ ਇਤਲਾਹ ਮਿਲੀ ਸੀ। ਤਕਰੀਬਨ 11 ਵਜੇ ਮੌਕੇ ਵਾਰਦਾਤ ਤੇ ਪੁੱਜੇ ਪੁਲਿਸ ਅਫਸਰਾਂ ਨੂੰ ਇੱਕ 20 ਸਾਲ ਦਾ ਨੌਜਵਾਨ ਜ਼ਖਮੀ ਹਾਲਤ ਵਿੱਚ ਮਿਲਿਆ, ਜਿਸ ਨੂੰ ਹਸਪਤਾਲ ਲਿਜਾਇਆ ਗਿਆ। ਨੌਜਵਾਨ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੀਲ ਰੀਜਨ ਪੁਲਿਸ ਦੇ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਦਿਆਂ 18 ਸਾਲ ਦੇ ਅਲੈਗਜ਼ੈਂਡਰ ਮਹਾਰਾਜ ਅਤੇ 19 ਸਾਲ ਦੇ ਰਿਤੂਸ਼ਨ ਨੂੰ ਗ੍ਰਿਫਤਾਰ ਕਰ ਲਿਆ ਗਿਆ। ਬਰੈਂਪਟਨ ਦੇ ਅਲੈਗਜ਼ੈਂਡਰ ਵਿਰੁੱਧ ਹਥਿਆਰ ਰਾਹੀਂ ਕਤਲ ਕਰਨ ਦੀ ਕੋਸ਼ਿਸ਼ ਅਤੇ ਸਜ਼ਾਯੋਗ ਅਪਰਾਧ ਵਿੱਚ ਸਹਾਇਕ ਦੀ ਭੂਮਿਕਾ ਨਿਭਾਉਣ ਦੇ ਦੋਸ਼ ਲਾਏ ਗਏ ਨੇ। ਦੂਜੇ ਪਾਸੇ ਬਰੈਂਪਟਨ ਦੇ ਹੀ ਰਿਤੂਸ਼ਨ ਵਿਰੁੱਧ ਸਜ਼ਾਯੋਗ ਅਪਰਾਧ ਵਿੱਚ ਸਹਾਇਕ ਦੀ ਭੂਮਿਕਾ ਨਿਭਾਉਣ ਦਾ ਦੋਸ਼ ਲਾਇਆ ਗਿਆ। ਉਧਰ 20 ਸਾਲ ਦੇ ਹਰਨੂਰ ਥਿੰਦ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਵਾਰੰਟ ਕਢਵਾਏ ਜਾ ਰਹੇ ਨੇ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਗੋਲੀਬਾਰੀ ਦੀ ਇਸ ਘਟਨਾ ਬਾਰੇ ਕੋਈ ਜਾਣਕਾਰੀ ਹੋਵੇ ਜਾਂ ਹਰਨੂਰ ਥਿੰਦ ਦੇ ਪਤੇ ਟਿਕਾਣੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਤੁਰੰਤ 22 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚਕਰਤਾਵਾਂ ਨਾਲ 9054532121 ਐਕਸਟੈਂਸ਼ਨ 2233 ਤੇ ਸੰਪਰਕ ਕਰੋ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਪੀਲ ਕ੍ਰਾਈਮ ਸਟਾਪਰਸ ਨਾਲ 1800-222 ਟਿਪਸ ਲਈ 8477 ਤੇ ਕਾਲ ਕੀਤੀ ਜਾ ਸਕਦੀ ਹੈ। ਕੈਨੇਡਾ ਦੇ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਇਸ ਦੇ ਚੱਲਦਿਆਂ ਵੀਕਐਂਡ ਤੇ ਬਰੈਂਪਟਨ ਸ਼ਹਿਰ ਵਿੱਚ ਗੋਲੀਬਾਰੀ ਹੋਈ, ਜਿਸ ਵਿੱਚ 2 ਲੋਕਾਂ ਦੀ ਮੌਤ ਹੋ ਗਈ, ਜਦਕਿ ਮਿਸੀਸਾਗਾ ਦੇ ਹੈਮਿਲਟਨ ਤੋਂ ਵੀ ਗੋਲੀਬਾਰੀ ਹੋਣ ਸੰਬੰਧੀ ਖਬਰਾਂ ਸਾਹਮਣੇ ਆ ਰਹੀਆਂ ਨੇ, ਜਿੱਥੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਪੀਲ ਰੀਜਨ ਪੁਲਿਸ ਮੁਤਾਬਕ ਬਰੈਂਪਟਨ ਵਿੱਚ ਲਗਭਗ 2 ਵਜੇ ਗੋਲੀਬਾਰੀ ਹੋਣ ਸੰਬੰਧੀ ਰਿਪੋਰਟ ਮਿਲੀ। ਕੁਈਨ ਸਟਰੀਟ ਈਸਟ ਦੇ ਨੇੜੇ ਗੇਟਵੇ ਬੁਲੇਵਾਰਡ ਖੇਤਰ ਵਿੱਚ ਹੋਈ ਇਸ ਵਾਰਦਾਤ ਦੀ ਇਤਲਾਹ ਮਿਲਦਿਆਂ ਹੀ ਜਦੋਂ ਪੁਲਿਸ ਟੀਮ ਮੌਕੇ ਤੇ ਪੁੱਜੀ ਤਾਂ ਉੱਥੇ 2 ਵਿਅਕਤੀ ਗੰਭੀਰ ਜ਼ਖਮੀ ਹਾਲਾਤ 'ਚ ਮਿਲੇ, ਜਿਨ੍ਹਾਂ ਨੂੰ ਗੋਲੀ ਲੱਗੀ ਹੋਈ ਸੀ। ਇਹਨਾਂ ਵਿੱਚੋਂ ਇੱਕ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਦੂਜੇ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ। ਫਿਲਹਾਲ ਪੁਲਿਸ ਵੱਲੋਂ ਹਮਲਾਵਰਾਂ ਨੂੰ ਫੜਨ ਲਈ ਇਸ ਘਟਨਾ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਧਰ ਦੂਜੇ ਪਾਸੇ ਗ੍ਰੇਟਰ ਟੋਰਾਂਟੋ ਏਰੀਆ ਦੇ ਮਿਸੀਸਾਗਾ ਵਿੱਚ ਵੀ ਤੜਕੇ ਲਗਭਗ 2 ਵਜੇ ਹੀ ਗੋਲੀਬਾਰੀ ਹੋਈ। ਮੈਵਿਸ ਰੋਡ ਅਤੇ ਐਗਲਿੰਟਨ ਐਵੇਨਿਊ ਖੇਤਰ ਵਿੱਚ ਇਹ ਵਾਰਦਾਤ ਵਾਪਰੀ। ਸੂਚਨਾ ਮਿਲਣ ਤੇ ਜਦੋਂ ਪੀਲ ਰੀਜਨ ਪੁਲਿਸ ਮੌਕੇ ਤੇ ਪਹੁੰਚੀ ਤਾਂ ਉੱਥੇ ਇੱਕ ਵਿਅਕਤੀ ਗੰਭੀਰ ਜ਼ਖਮੀ ਹਾਲਾਤ 'ਚ ਮਿਲਿਆ, ਜੋ ਕਿ ਗੋਲੀ ਲੱਗਣ ਕਾਰਨ ਤੜਪ ਰਿਹਾ ਸੀ। ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਜ਼ਖਮਾਂ ਦੀ ਤਾਬ ਨਾ ਚੱਲਦਿਆਂ ਉਸਨੇ ਦਮ ਤੋੜ ਦਿੱਤਾ।
ਪੁਲਿਸ ਮੁਤਾਬਕ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਅਤੇ ਹਾਲੇ ਉਹਨਾਂ ਸੰਬੰਧੀ ਕੋਈ ਜਾਣਕਾਰੀ ਨਹੀਂ ਮਿਲ ਸਕੀ। ਮ੍ਰਿਤਕ ਦੀ ਪਛਾਣ ਅਜੇ ਜਨਤਕ ਨਹੀਂ ਕੀਤੀ ਗਈ। ਪੀਲ ਰੀਜਨ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਸ ਕੋਲ ਵੀ ਇਸ ਘਟਨਾ ਸੰਬੰਧੀ ਕੋਈ ਜਾਣਕਾਰੀ ਹੈ ਤਾਂ ਉਹ ਕ੍ਰਾਈਮ ਸਟਾਪਰਸ ਨੂੰ 4162228477 ਤੇ ਸੰਪਰਕ ਕਰ ਸਕਦਾ ਹੈ। ਇਸ ਤੋਂ ਇਲਾਵਾ ਸਵੇਰੇ ਹੈਮਿਲਟਨ ਵਿੱਚ ਵੀ ਗੋਲੀਬਾਰੀ ਹੋਣ ਸੰਬੰਧੀ ਸੂਚਨਾ ਮਿਲੀ ਸੀ। ਹੈਮਿਲਟਨ ਪੁਲਿਸ ਮੁਤਾਬਕ ਜੈਨ ਸਟਰੀਟ ਨਾਰਥ ਅਤੇ ਕਿੰਗ ਵਿਲੀਅਮ ਸਟਰੀਟ ਵਿੱਚ ਵਾਪਰੀ ਇਸ ਵਾਰਦਾਤ ਦੌਰਾਨ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ। ਕਿਸੇ ਦੇ ਜ਼ਖਮੀ ਹੋਣ ਦੀ ਵੀ ਕੋਈ ਖਬਰ ਨਹੀਂ ਹੈ। ਦੱਸ ਦਈਏ ਕਿ ਕੈਨੇਡਾ ਅਤੇ ਅਮਰੀਕਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਅਮਰੀਕਾ ਵਿੱਚ ਤਾਂ ਹਾਲ ਹੀ ਵਿੱਚ ਹੋਈਆਂ ਵਾਰਦਾਤਾਂ ਦੌਰਾਨ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਗਈ। ਇੱਥੋਂ ਤੱਕ ਕਿ ਅਮਰੀਕਾ ਵਿੱਚ ਤਾਂ ਬੱਚਿਆਂ ਤੱਕ ਦੇ ਸਕੂਲਾਂ ਦੇ ਵਿੱਚ ਬੰਦੂਕਾਂ ਲੈ ਕੇ ਲੋਕ ਤੁਰਦੇ ਫਿਰਦੇ ਨਜ਼ਰ ਆਏ। ਬੰਦੂਕ ਸੱਭਿਆਚਾਰ ਵਿਰੁੱਧ ਅਮਰੀਕਾ ਦੇ ਲੋਕਾਂ ਨੇ ਬੀਤੇ ਦਿਨ ਸੜਕਾਂ ਦੇ ਉੱਤੇ ਵੱਡੇ ਪੱਧਰ ਤੇ ਪ੍ਰਦਰਸ਼ਨ ਵੀ ਕੀਤੇ ਨੇ। ਇਸ ਮਗਰੋਂ ਪ੍ਰੈਜ਼ੀਡੈਂਟ ਜੋ ਬਾਈਡਨ ਸਰਕਾਰ ਗਨ ਕਲਚਰ ਨੂੰ ਨੱਥ ਪਾਉਣ ਲਈ ਕਦਮ ਚੱਕ ਰਹੀ ਹੈ। ਉਧਰ ਦੂਜੇ ਪਾਸੇ ਕੈਨੇਡਾ ਵਿੱਚ ਵੀ ਇਹਨਾਂ ਘਟਨਾਵਾਂ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਸ ਲਈ ਟਰੂਡੋ ਸਰਕਾਰ ਨੂੰ ਇਸ ਪਾਸੇ ਗੰਭੀਰਤਾ ਦਿਖਾਉਂਦਿਆਂ ਹੋਰ ਸਖਤ ਕਦਮ ਚੁੱਕਣੇ ਚਾਹੀਦੇ ਨੇ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਅੱਜ ਦੇ ਇਸ ਬੁਲਟਨ 'ਚ ਬਸ ਇੰਨਾ ਹੀ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਹੁਣ ਮੈਨੂੰ ਦਿਓ ਇਜਾਜ਼ਤ। ਧੰਨਵਾਦ।